ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਮੰਜਤ ਜਲ ਇਹ ਸ਼ਬਦ ਪਠੰਤਾ, ਤਿਸ ਤੀਰਥ ਕੋ ਫਲ ਸੋ ਲਹੰਤਾ। ਸੁਨ ਕੈ ਸੰਗਤ ਬਾਕ ਬਿਲਾਸੇ, ਮਸਤਕ ਟੇਕਤ ਪਰਮ ਹੁਲਾਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਆਪਾਂ ਸਾਰੇ ਗੁਰੂ ਦੇ ਚਰਨਾਂ 'ਚ ਬੈਠ ਕੇ ਸੰਧਿਆ ਦੇ ਸਮੇਂ ਗੁਰਬਾਣੀ ਦਾ ਆਨੰਦ ਮਾਣ ਰਹੇ ਸੀ। ਸੋਧਾ ਰਹਿਰਾਸ ਸਾਹਿਬ ਦੇ ਪਾਠ ਤੋਂ ਉਪਰੰਤ ਸਤਿਕਾਰਯੋਗ ਭਾਈ ਅਮਰਜੀਤ ਸਿੰਘ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਤੋਂ ਅਨੰਦਪੁਰ ਸਾਹਿਬ ਤੋਂ ਆਏ ਹੋਏ ਬੜਾ ਹੀ ਅੰਮ੍ਰਿਤਮਈ ਰਸ ਭਿੰਨਾ ਕੀਰਤਨ ਸਰਵਣ ਕਰਾ ਰਹੇ ਸਨ। ਹੁਣ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਆਪਣੀ ਸੁਰਤੀ ਜੋੜੀਏ। ਗੁਰੂ ਅਰਜਨ ਦੇਵ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਣਾ ਸੀ ਤਾਂ ਉਹਦੇ ਵਾਸਤੇ ਬੜੀ ਸਾਫ਼ ਸੁਥਰੀ ਤੇ ਵਧੀਆ ਜਗ੍ਹਾ ਦੀ ਚੋਣ ਕੀਤੀ ਗਈ, ਜਿੱਥੇ ਕੋਈ ਰੌਲਾ ਰੱਪਾ ਨਾ ਹੋਵੇ, ਸ਼ਾਂਤੀ ਹੋਵੇ ਔਰ ਸਾਫ਼ ਸਫਾਈ ਹੋਵੇ, ਨੇਚਰਲੀ ਕੁਦਰਤੀ ਸਥਾਨ ਹੋਵੇ। ਉਹ ਸੀ ਰਾਮਸਰ ਤੀਰਥ, ਜਿਹਦੇ ਆਲੇ ਦੁਆਲੇ ਬੇਰੀਆਂ ਦੇ ਔਰ ਪਿੱਪਲਾਂ ਦੇ ਰੁੱਖ ਬਹੁਤ ਸਨ। ਬੜੀ ਸੰਘਣੀ ਛਾਇਆ ਸੀ, ਆਬਾਦੀ ਉਦੋਂ ਕੋਈ ਨਹੀਂ ਸੀ ਉੱਥੇ। ਤੇ ਪਾਵਨ ਸਰੋਵਰ ਪੁਰਾਤਨ ਸਮੇਂ ਤੋਂ ਸੀ, ਜਿਹਨੂੰ ਮਹਾਰਾਜ ਨੇ ਸੰਗਤਾਂ ਕੋਲੋਂ ਹੋਰ ਡੂੰਘਾ ਕਰਵਾ ਲਿਆ ਤੇ ਲਾਗੇ 2 ਤੰਬੂ ਲਵਾ ਕੇ ਉਹਦੇ ਵਿੱਚ ਇੱਕ ਤੰਬੂ 'ਚ ਪੋਥੀਆਂ ਦਾ ਆਸਣ ਲਾਇਆ ਤੇ ਇੱਕ 'ਚ ਆਪਣਾ ਆਸਣ ਲਾਇਆ। ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਰੱਖਿਆ। ਕੁਝ ਨਾਮ ਸੇਵਾਦਾਰ ਨਾਮ ਮਾਤਰ ਰੱਖੇ ਹਨ, ਬਾਕੀ ਸਭ ਨੂੰ ਕਿਹਾ ਭਾਈ ਤੁਸੀਂ ਸ੍ਰੀ ਦਰਬਾਰ ਸਾਹਿਬ ਵਾਲੇ ਪਾਸੇ ਦਰਸ਼ਨ ਮੇਲੇ ਕਰੋ, ਇੱਥੇ ਨਹੀਂ ਆਉਣਾ, ਕਿਉਂਕਿ ਇੱਥੇ ਕਾਰਜ ਜਿਹੜਾ ਹੈ ਉਹ ਬੜਾ ਇਕਾਂਤ ਵਿੱਚ ਬਹਿ ਕੇ ਗੁਰਬਾਣੀ ਦੀ ਸੋਧ ਸੁਧਾਈ ਕਰਕੇ ਬੜੀ ਮਰਜ਼ਾਦਾ ਅਨੁਸਾਰ, ਤਰਤੀਬ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਜਾਣਾ। ਸੋ ਇਹ ਕਾਰਜ ਸ਼ੁਰੂ ਹੋਇਆ। 5ਵੇਂ ਪਾਤਸ਼ਾਹ ਮਹਾਰਾਜ ਕਿਵੇਂ ਕਰਾਉਣਗੇ ਉਹ ਕਥਾ ਚੱਲ ਰਹੀ ਹੈ। ਸਾਰੀ ਸੰਗਤ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਕਥਾ ਸਰਵਣ ਕਰੀਏ। ਗੁਰੂ ਸਾਹਿਬ ਆਉਣ ਵਾਲੇ ਸਮੇਂ ਇਸ ਜਗ੍ਹਾ ਨੂੰ ਵੀ ਬੜੇ ਵਾਰ ਦਿੱਤੇ ਹਨ। ਰਾਮਸਰ ਨੂੰ ਸ਼ਬਦ ਵੀ ਉਚਾਰਿਆ, ਨਿਤ ਭਰਤ ਨਹਾਵਣ ਰਾਮਸਰ ਕੀਜੈ, ਚੋਲ ਮਹਾਰਸ ਹਰ ਅੰਮ੍ਰਿਤ ਪੀਜੈ। ਪਿਆਰ ਸਹਿਤ ਕਥਾ ਦਾ ਆਨੰਦ ਮਾਣੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਚਨਾ ਅਨੇਕ ਭਾਂਤ ਕੀ ਹੋਵੇ। ਮਹਾਰਾਜ ਕਹਿੰਦੇ ਸਮਾਂ ਆਵੇਗਾ, ਇੱਥੇ ਬੜੀ ਵੱਡੀ ਰਚਨਾ ਰਚੀ ਜਾਏਗੀ, ਬੜਾ ਸੋਹਣਾ ਸ਼ਹਿਰ ਵਸ ਜਾਏਗਾ, ਆਲੇ ਦੁਆਲੇ ਬਹੁਤ ਮਹੱਲੇ ਤੇ ਘਰ ਤੇ ਬੜੀਆਂ ਸੁੰਦਰ ਜਗ੍ਹਾ ਬਣਨਗੀਆਂ। ਅੱਜ ਕੱਲ੍ਹ ਜਿੱਥੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ, ਵਿਵੇਕਸਰ ਤੇ ਰਾਮਸਰ ਤਿੰਨੇ ਹੀ ਇਕੱਠੇ ਸਥਾਨ ਨੇ, ਤੁਸੀਂ ਦੇਖਿਆ ਹੋਵੇਗਾ ਕਿੰਨੀ ਆਬਾਦੀ, ਕਿੰਨੀ ਸੁੰਦਰਤਾ ਉੱਥੇ ਮਹਾਰਾਜ ਦੀ ਕਿਰਪਾ ਨਾਲ ਹੋ ਗਈ ਹੈ। ਤੋ ਮਹਾਰਾਜ ਕਹਿੰਦੇ ਸਮੇਂ ਨਾਲ ਇੱਥੇ ਬੜੀ ਰਚਨਾ ਹੋਣੀ ਹੈ। ਹਾਂਜੀ, ਪ੍ਰਗਟੈ ਗੁਰ ਪ੍ਰਤਾਪ ਰਿਪਖ ਹੋਵੇ। ਇੱਥੇ ਗੁਰੂ ਦਾ ਪ੍ਰਤਾਪ ਪ੍ਰਗਟ ਹੋਵੇਗਾ ਔਰ ਇੱਥੇ ਵੈਰੀਆਂ ਦਾ ਨਾਸ ਹੋਵੇਗਾ। ਜਦੋਂ ਸਾਧ ਸੰਗਤ ਜੀ ਖਾਲਸੇ ਦਾ ਸਮਾਂ ਆਇਆ, ਜੰਗਾਂ ਯੁੱਧਾਂ ਦਾ, ਉਦੋਂ ਸਿੰਘਾਂ ਨੇ ਇੱਥੇ ਕਿਲ੍ਹਾ ਬਣਾਇਆ ਸੀ। ਕਿਲ੍ਹੇ ਦਾ ਨਾਮ ਪਹਿਲਾਂ ਰਾਮ ਰੌਣੀ ਰੱਖਿਆ ਸੀ। ਕੱਚੀ ਰੌਣੀ ਦੀਵਾਰ ਬਣਾਈ ਸੀ ਆਲੇ ਦੁਆਲੇ, ਤੇ ਉਦੋਂ ਉਹਨਾਂ ਨੂੰ ਕਿਲ੍ਹੇ ਦੇ ਵਿੱਚ ਘੇਰਾ ਵੀ ਪਾਇਆ ਸੀ ਤੁਰਕਾਂ ਨੇ। ਤੇ ਜੱਸਾ ਸਿੰਘ ਰਾਮਗੜ੍ਹੀਆ ਉਦੋਂ ਅਦੀਨਾ ਬੇਗ ਦੇ ਨਾਲ ਰਲ ਕੇ ਸਿੰਘਾਂ ਨੂੰ ਘੇਰਾ ਪਾਉਣ ਆਇਆ ਸੀ। ਬਾਹਰ ਵੀ ਸਿੰਘ ਤੇ ਅੰਦਰ ਵੀ ਸਿੰਘ। ਸਰਕਾਰ ਨੇ ਇਹੋ ਜਿਹੀ ਚਾਲ ਚੱਲੀ, ਲੜਾਈ ਕਰਾ ਦਿੱਤੀ। ਤੇ ਅੰਦਰੋਂ ਇੱਕ ਸਿੰਘ ਨੇ ਤੀਰ ਦੇ ਨਾਲ ਚਿੱਠੀ ਬੰਨ੍ਹ ਕੇ ਮਾਰੀ ਵੀ ਤੂੰ ਗੁਰੂ ਦਾ ਸਿੱਖ ਹੋ ਕੇ ਤੁਰਕਾਂ ਨਾਲ ਲੜਿਆ ਹੋਇਆ। ਬਾਬੇ ਜੱਸਾ ਸਿੰਘ ਨੇ ਚਿੱਠੀ ਦਾ ਜਵਾਬ ਲਿਖ ਕੇ ਭੇਜਿਆ ਵੀ ਜੇ ਤੁਸੀਂ ਮੈਨੂੰ ਆਪਣੇ ਨਾਲ ਰਲਾ ਲਓ ਤੇ ਮੈਂ ਆ ਜਾਵਾਂਗਾ। ਸਿੰਘਾਂ ਨੇ ਕਿਹਾ ਤੂੰ ਆ ਜਾ, ਅਸੀਂ ਬੂਹਾ ਖੋਲ੍ਹ ਦਿਆਂਗੇ। ਜੱਸਾ ਸਿੰਘ ਰਾਮਗੜ੍ਹੀਆ ਆਪਣੇ ਨਾਲ ਆਪਣੇ 100 ਸਿੰਘਾਂ ਨੂੰ ਲੈ ਕੇ ਤੁਰਕਾਂ ਦਾ ਰਾਸ਼ਨ ਪਾਣੀ ਚੁੱਕ ਕੇ ਉਸ ਕਿਲ੍ਹੇ 'ਚ ਆ ਗਿਆ ਸੀ ਤੇ ਤੁਰਕਾਂ ਦਾ ਘੇਰਾ ਉਠਾ ਦਿੱਤਾ ਗਿਆ ਸੀ।
ਬਾਅਦ ਵਿੱਚ ਉਹ ਕਿਲ੍ਹਾ ਉਸੇ ਨੂੰ ਮਿਲ ਗਿਆ, ਜੱਸਾ ਸਿੰਘ ਨੂੰ। ਇਸੇ ਕਰਕੇ ਉਹਦਾ ਨਾਮ ਪੈ ਗਿਆ ਰਾਮਗੜ੍ਹੀਆ। ਪਹਿਲਾਂ ਉਹਦਾ ਨਾਮ ਸੀ ਜੱਸਾ ਸਿੰਘ ਇੱਚੋਗਿੱਲੀਆ। ਇੱਚੋਗਿੱਲ ਦਾ ਉਹਨੂੰ ਕਹਿੰਦੇ ਸੀ ਰਾਮਗੜ੍ਹੀਆ, ਇੱਚੋਗਿੱਲੀਆ ਉਹਦਾ ਪਿੰਡ ਸੀ। ਬਾਅਦ 'ਚ ਜੱਸਾ ਸਿੰਘ ਰਾਮਗੜ੍ਹੀਆ ਹੋ ਗਿਆ। ਸੋ ਸਾਧ ਸੰਗਤ ਜੀ, ਇਹ ਮਹਾਰਾਜ ਬਚਨਕਾਰ ਹੈ ਵੀ ਇੱਥੇ ਜਿਹੜਾ ਦੁਸ਼ਮਣ ਚੜ੍ਹ ਕੇ ਆਵੇਗਾ ਹਾਰ ਕੇ ਚਲਾ ਜਾਏਗਾ। ਸਿੰਘਾਂ ਦਾ ਕਿਲ੍ਹਾ ਬਣੇਗਾ ਇੱਥੇ। ਉੱਥੋਂ ਹੀ ਫਿਰ ਰਾਮਗੜ੍ਹੀਆਂ ਦੀ ਮਿਸਲ ਮਸ਼ਹੂਰ ਹੋਈ ਹੈ। ਜੋ ਰਾਮਸਰ ਦੇ ਲਾਗੇ ਅਸੀਂ ਉੱਥੇ ਛੋਟੀਆਂ ਛੋਟੀਆਂ ਇੱਟਾਂ ਦੀਆਂ ਉਸ ਕਿਲ੍ਹੇ ਦੀਆਂ ਜੜ੍ਹਾਂ ਦੇਖੀਆਂ, ਨਿਸ਼ਾਨੀਆਂ ਥੋੜ੍ਹੀਆਂ ਥੋੜ੍ਹੀਆਂ। ਬਾਕੀ ਤਾਂ ਚਲੋ ਲੋਕਾਂ ਨੇ ਢਾਹ ਢੂ ਕੇ ਘਰ ਬਣਾ ਲਏ, ਇੱਟਾਂ ਉੱਟਾਂ ਵਿੱਚ ਚੁੱਕ ਕੇ ਲੈ ਗਏ ਲੋਕ, ਪਰ ਕੁਛ ਨਿਸ਼ਾਨੀਆਂ ਉਹਦੀਆਂ ਉੱਥੇ ਅਜੇ ਤੱਕ ਵੀ ਮਿਲਦੀਆਂ ਨੇ। ਪੁਰਾਣੇ ਬਜ਼ੁਰਗ ਦੱਸਦੇ ਵੀ ਇਹ ਉਸ ਕਿਲ੍ਹੇ ਦੀਆਂ ਨੀਹਾਂ ਹੁੰਦੀਆਂ ਸਨ। ਹਾਂਜੀ, ਇਸ ਪ੍ਰਕਾਰ ਕਹਿ ਬਾਚਾ ਕਲੰਕ। ਇਸ ਤਰ੍ਹਾਂ ਦੇ ਬਚਨ ਮਹਾਰਾਜ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਨੇ ਆਉਣ ਵਾਲੇ ਸਮੇਂ ਬਾਰੇ ਕਹੇ ਹਨ। ਹਾਂਜੀ, ਭਏ ਅਰੂਡਨ ਰਚਰ ਪ੍ਰਿਯੰਕ। ਫਿਰ ਸਤਿਗੁਰੂ ਆਪਣੇ ਪਲੰਗ ਤੇ ਬਿਰਾਜਮਾਨ ਹੋ ਗਏ ਹਨ। ਆਸਤਰਨ ਬਰ ਬਿਸਤ ਬਿਸਾਲੇ। ਪਰ ਬੜਾ ਸੁੰਦਰ ਬਿਸਤਰਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਸਿੱਖਾਂ ਨੇ ਵਿਛਾਇਆ ਹੈ। ਸੇਜ ਬੰਦ ਸੁੰਦਰ ਦੁੱਤ ਵਾਲੇ। ਔਰ ਬੜੇ ਸੁੰਦਰ ਬਿਸਤਰੇ ਨੂੰ ਸੇਜ ਬੰਦ ਦੇ ਨਾਲ ਬੰਨਿਆ ਹੈ, ਕੱਸਿਆ ਹੈ, ਤਾਂ ਕਿ ਉੱਤੇ ਬਿਸਤਰਾ ਇਕੱਠਾ ਨਾ ਹੋਵੇ। ਪੁਰਾਣੇ ਜ਼ਮਾਨੇ 'ਚ ਨਵਾਰੀ ਪਲੰਗ ਹੁੰਦੇ ਸਨ ਤੇ ਉੱਤੇ ਜਿਹੜਾ ਬਿਸਤਰਾ ਵਿਛਾਉਂਦੇ ਸੀ ਉਹਨੂੰ ਤਣੀਆਂ ਲਾ ਕੇ ਦੋਏ ਪਾਸੇ ਥੱਲਿਓਂ ਬੰਨ੍ਹ ਦਿੰਦੇ ਸੀ ਤਾਂ ਕਿ ਉਹ ਉੱਤੇ ਇਕੱਠਾ ਨਾ ਹੋਵੇ। ਇਸ ਤਰ੍ਹਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਸੁੰਦਰ ਬਿਸਤਰਾ ਸਿੱਖਾਂ ਨੇ ਵਿਛਾਇਆ ਹੈ। ਚਮਕਤ ਜਥਾ ਚਾਂਦਨੀ ਅੰਬਰ। ਜਿਵੇਂ ਅਸਮਾਨ ਦੇ ਚਾਂਦਨੀ ਚਿੱਟੀ ਚਮਕਦੀ ਹੈ, ਤਥਾ ਲੀਨ ਉਪਰ ਸੁਭ ਅੰਬਰ। ਇਸ ਤਰ੍ਹਾਂ ਸਤਿਗੁਰੂ ਜੀ ਦੇ ਵਾਸਤੇ ਚਿੱਟੇ ਚਾਦਰੇ, ਚਿੱਟੇ ਬਿਸਤਰੇ ਵਿਛਾਏ ਗਏ ਹਨ। ਪੌੜ ਜਥਾ ਸੁਖ ਸੁਖਤ ਕਿਰਪਾਲਾ। ਕਿਰਪਾਲੂ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਸੁਖ ਨਾਲ ਬਿਰਾਜੇ ਹਨ। ਜਾਮ ਜਾਮਨੀ ਰਹਿ ਜਿਸ ਕਾਲਾ। ਜਦੋਂ ਸਵਾ ਪੈ ਰਾਤ ਰਹਿ ਗਈ ਹੈ, ਅੰਮ੍ਰਿਤ ਵੇਲਾ ਹੋਇਆ ਹੈ। ਸੌਚ ਇਸ਼ਨਾਨ ਕੀਨ ਪੁਨ ਧਿਆਨਾ। ਅੰਮ੍ਰਿਤ ਵੇਲੇ ਉੱਠ ਕੇ ਸੋਚ ਇਸ਼ਨਾਨ ਕੀਤਾ ਹੈ ਤੇ ਫਿਰ ਸਿਮਰਨ ਕੀਤਾ, ਧਿਆਨ ਵਿੱਚ ਬੈਠੇ ਹਨ। ਸ੍ਰੀ ਨਾਨਕ ਕੋ ਸਿਮਰਨ ਨਿਸ਼ਾਨਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਯਾਦ ਕੀਤਾ ਹੈ। ਪਰ ਨੋਦ ਹੋਇਓ ਲਖ ਤਾਸੂ। ਜਦੋਂ ਸੂਰਜ ਚੜ੍ਹਿਆ ਹੈ, ਸੂਰਜ ਦੀਆਂ ਕਿਰਨਾਂ ਧਰਤੀ ਤੇ ਪਈਆਂ ਹਨ। ਅਰਣੋਦੈ ਉਸ ਸਮੇਂ ਨੂੰ ਕਹਿੰਦੇ ਨੇ ਜਦੋਂ ਪਹਿਲੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਸੂਰਜ ਦੀਆਂ ਤੇ ਲਾਲੀ ਜੀ ਚਮਕਦੀ ਹੈ। ਉਹ ਜਦੋਂ ਸਮਾਂ ਹੋਇਆ ਅੰਮ੍ਰਿਤ ਵੇਲੇ ਦਾ। ਤਿਗਹਕਾਰ ਬੁੱਢਾ ਗੁਰਦਾਸੂ। ਬਾਬਾ ਬੁੱਢਾ ਜੀ ਨੂੰ ਤੇ ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਬੁਲਾਇਆ ਹੈ। ਕਹਿਓ ਮਨੋਰਥ ਆਪਨ ਜੀ ਕਾ। ਤੇ ਸਤਿਗੁਰੂ ਜੀ ਨੇ ਮਨ ਦਾ ਮਨੋਰਥ ਇਹਨਾਂ ਦੋਵਾਂ ਮਹਾਂਪੁਰਸ਼ਾਂ ਨਾਲ ਸਾਂਝਾ ਕੀਤਾ ਹੈ। ਜਿਸ ਤੇ ਹੋਏ ਸਭਨ ਕੋ ਨੀਕਾ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਔਰ ਬਾਬਾ ਬੁੱਢਾ ਜੀ, ਹੁਣ ਆਪਾਂ ਐਸਾ ਕਾਰਜ ਕਰੀਏ ਜਿਹਦੇ ਨਾਲ ਸਾਰਿਆਂ ਦਾ ਭਲਾ ਹੋਵੇ, ਸਰਬੱਤ ਦਾ ਭਲਾ ਹੋਵੇ। ਹੁਣ ਇਕਾਕੀ ਹਮ ਅਬ ਚਾਹਤ। ਹੁਣ ਅਸੀਂ ਇਕਾਂਤ ਚਾਹੁੰਦੇ ਹਾਂ, ਜਿੱਥੇ ਕੋਈ ਰੌਲਾ ਨਾ ਹੋਵੇ, ਕੋਈ ਬਹੁਤਾ ਸਾਨੂੰ ਕੋਈ ਆ ਕੇ ਡਿਸਟਰਬ ਨਾ ਕਰੇ। ਇਸ ਤਰ੍ਹਾਂ ਅਸੀਂ ਬੈਠਣਾ ਚਾਹੁੰਦੇ ਹਾਂ ਇਕਾਂਤ ਵਿੱਚ। ਹਾਂਜੀ, ਹਿਤ ਦਰਸ਼ਨ ਸਭ ਸਿੱਖ ਉਮਾਹਤ। ਔਰ ਸੰਗਤਾਂ ਸਾਡੇ ਦਰਸ਼ਨ ਕਰਨ ਆਉਂਦੀਆਂ ਨੇ। ਸੰਗਤਾਂ ਨੂੰ ਦਰਸ਼ਨਾਂ ਦੀ ਇੱਛਾ, ਦੂਰੋਂ ਦੂਰੋਂ ਆਉਂਦੇ ਸਿੱਖ ਵੀ ਗੁਰੂ ਜੀ ਦੇ ਦਰਸ਼ਨ ਕਰਨੇ ਆ। ਪਰ ਹੁਣ ਅਸੀਂ ਜੇ ਦਰਸ਼ਨ ਦਿੰਦੇ ਰਹਾਂਗੇ ਤੇ ਇਹ ਕਾਰਜ ਨਹੀਂ ਹੋਣਾ। ਜੇ ਇਹ ਕਾਰਜ ਕਰਾਂਗੇ ਤੇ ਫਿਰ ਦਰਸ਼ਨ ਨਹੀਂ ਸੰਗਤਾਂ ਨੂੰ ਦੇ ਸਕਦੇ, ਕੰਮ ਇੱਕੋ ਹੀ ਹੋਣਾ ਹੈ। ਇਹ ਜ਼ਰੂਰੀ ਹੈ। ਇਹ ਕਾਰਜ ਅਸੀਂ ਇੱਥੇ ਬੈਠ ਕੇ ਹੀ ਕਰ ਸਕਦੇ ਹਾਂ। ਜੇ ਅਸੀਂ ਦੀਵਾਨ ਲਾਈਏ, ਸੰਗਤਾਂ ਨੂੰ ਦਰਸ਼ਨ ਦਈਏ, ਇਹ ਐਡਾ ਵੱਡਾ ਕਾਰਜ ਫਿਰ ਸੰਪੂਰਨ ਨਹੀਂ ਹੋ ਸਕਦਾ। ਹਾਂਜੀ, ਜਾਂ ਤੇ ਸਾਹਿਬ ਬੁੱਢਾ ਜਾਵੋ। ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਉਧਰ ਵੀ ਖਿਆਲ ਰੱਖੋ। ਜੋ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਉਹਨਾਂ ਨੂੰ ਤੁਸੀਂ ਦਰਸ਼ਨ ਦਿਓ ਤੇ ਤੁਸੀਂ ਉਹਨਾਂ ਸੰਗਤਾਂ ਨੂੰ ਉਪਦੇਸ਼ ਦਿਓ। ਹਾਂਜੀ, ਸਭ ਸੰਗਤ ਕੋ ਤਹਾਂ ਟਿਕਾਵੋ। ਸਾਰੀ ਸੰਗਤ ਜਿਹੜੀ ਵੀ ਸ੍ਰੀ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਜਾਂ ਬਾਹਰੋਂ ਆਉਣ ਵਾਲੀ ਹੈ, ਉਹਨਾਂ ਨੂੰ ਕਹੋ ਵੀ ਲੰਗਰ ਪ੍ਰਸ਼ਾਦਾ ਛਕ ਕੇ ਤੇ ਸ੍ਰੀ ਹਰਿਮੰਦਰ ਸਾਹਿਬ 'ਚ ਬਹਿ ਕੇ ਕੀਰਤਨ ਕਰਨ, ਕੀਰਤਨ ਸੁਣਨ।
ਇੱਧਰ ਸਾਡੇ ਦਰਸ਼ਨਾਂ ਦੀ ਆਉਣ ਦੀ ਖੇਚਲ ਨਾ ਕਰਨ। ਹਾਂਜੀ। ਸੁਦਾ ਸਰੋਵਰ ਬਰ ਹਰ ਮੰਦਰ, ਸ੍ਰੀ ਹਰਿਮੰਦਰ ਸਾਹਿਬ ਤੇ ਅੰਮ੍ਰਿਤ ਸਰੋਵਰ ਦੇ ਦਰਸ਼ਨ ਕਰਨ ਸੰਗਤਾਂ। ਹਾਂਜੀ। ਪਠੋ ਸੁਨਹੋ ਸੁੰਦਰ ਤਿਸ ਅੰਦਰ, ਉਹਦੇ ਵਿੱਚ ਬਹਿ ਕੇ ਗੁਰਬਾਣੀ ਪੜ੍ਹੋ, ਗੁਰਬਾਣੀ ਸੁਣੋ, ਭਾਵਨਾ ਸ਼ਰਧਾ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੋ, ਸਾਡੇ ਹੀ ਦਰਸ਼ਨ ਹੋਣਗੇ। ਹਾਂਜੀ। ਹਮਰੇ ਦਰਸ਼ਨ ਸੰਸਰ ਜਾਨਹੋ, ਸੰਗਤ ਨੂੰ ਕਹੋ ਕਿ ਗੁਰੂ ਮਹਾਰਾਜ ਨੇ ਕਿਹਾ ਕਿ ਜੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਲਏ ਤੇ ਸਮਝੋ ਗੁਰੂ ਸਾਹਿਬ ਦੇ ਦਰਸ਼ਨ ਕਰ ਲਏ। ਹਰਿਮੰਦਰ ਸਾਹਿਬ ਸਾਡਾ ਹੀ ਸਰੂਪ ਹੈ। ਹਮਰੇ ਦਰਸ਼ਨ ਸੰਸਰ ਜਾਨੋ, ਸਾਡੇ ਦਰਸ਼ਨਾਂ ਦੇ ਬਰਾਬਰ ਹੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਸਮਝੋ। ਸਾਧ ਸੰਗਤ ਜੀ, ਅਸਲ ਤੇ ਕਲਾ ਤੇ ਸ਼ਬਦ ਨਹੀਂ ਵਰਤਾਣੀ ਹੈ, ਤੇ ਗੁਰੂ ਭਾਵੇਂ ਸਰੀਰ ਕਰਕੇ ਵਰਤਾਵੇ, ਭਾਵੇਂ ਸ਼ਬਦ ਕਰਕੇ ਵਰਤਾਵੇ, ਜਿਵੇਂ ਮਰਜ਼ੀ ਵਰਤਾਵੇ, ਗੱਲ ਤਾਂ ਸਿੱਖ ਦੀ ਭਾਵਨਾ ਹੋਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਭਾਵਨਾ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਸੰਗਤਾਂ, ਅੰਮ੍ਰਿਤ ਸਰੋਵਰ ਇਸ਼ਨਾਨ ਕਰਨ, ਗੁਰਬਾਣੀ ਪੜ੍ਹਨ, ਸਾਡੇ ਦਰਸ਼ਨ ਹੋਣਗੇ। ਹਾਂਜੀ। ਮਹਿ ਸੰਸਾ ਇਸ ਮੈਂ ਕੁਛ ਠਾਨ ਹੋ, ਇਹਦੇ 'ਚ ਕੋਈ ਸੰਸਾ ਕਰਨ ਦੀ ਲੋੜ ਨਹੀਂ। ਵਿਸ਼ਵਾਸ ਕਰੋ ਸਾਡੇ ਬਚਨਾਂ ਤੇ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਸਾਡੇ ਦਰਸ਼ਨ ਹਨ, ਸ੍ਰੀ ਅੰਮ੍ਰਿਤਸਰ ਸਰੋਵਰ ਦੇ ਦਰਸ਼ਨ ਸਾਡੇ ਦਰਸ਼ਨ ਹਨ। ਹਾਂਜੀ। ਆਪ ਰਹੋ ਹਮ ਤਿਹ ਠਾਂ ਜਾਏ, ਇਹ ਬਾਬਾ ਜੀ ਤੁਸੀਂ ਉੱਥੇ ਜਾ ਕੇ ਰਹੋ, ਕਿਉਂਕਿ ਸੰਗਤਾਂ ਨੇ ਬਹੁਤ ਆਉਣਾ ਜਾਣਾ ਹੈ। ਤੁਸੀਂ ਉਹਨਾਂ ਸੰਗਤਾਂ ਨੂੰ ਸਾਂਭਣਾ ਹੈ, ਲੰਗਰ ਪ੍ਰਸ਼ਾਦੇ ਦਾ ਵੀ ਬੰਦੋਬਸਤ ਕਰਾਉਣਾ ਹੈ, ਆਈ ਗਈ ਸੰਗਤ ਦੀ ਰਿਹਾਇਸ਼ ਦਾ ਵੀ ਬੰਦੋਬਸਤ ਕਰਨਾ ਹੈ, ਗਏ ਆਉਣ ਜਾਣ ਵਾਲੇ ਸਿੱਖਾਂ ਨੂੰ ਸਰੋਪੇ ਵੀ ਦੇਣੇ ਹਨ, ਤੇ ਗੁਰੂ ਘਰ ਦਾ ਜੋ ਪ੍ਰਚਾਰ ਹੈ ਗੁਰਬਾਣੀ ਦਾ ਉਹ ਵੀ ਕਰਨਾ ਹੈ, ਕੀਰਤਨ ਕਥਾ ਵੀ ਚਲਾਣੀ। ਇਸ ਕਰਕੇ ਬਾਬਾ ਜੀ ਤੁਸੀਂ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਕਰੋ, ਸੰਗਤਾਂ ਨੂੰ ਸਾਂਭੋ, ਤੇ ਅਸੀਂ ਇੱਥੇ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਾਂਗੇ। ਹਾਂਜੀ। ਸਭ ਸੰਗਤ ਰਾਖੋ ਟਕਾਏ, ਸਾਰੀ ਸੰਗਤ ਨੂੰ ਵੀ ਰੋਕ ਕੇ ਰੱਖਣਾ, ਕਿਉਂਕਿ ਸੰਗਤ ਸਿਰਫ ਤੁਹਾਡਾ ਹੀ ਬਚਨ ਮੰਨੇਗੀ। ਜੇ ਕੋਈ ਹੋਰ ਕਹੇਗਾ ਤੇ ਸੰਗਤ ਨੇ ਮੰਨਣਾ ਵੀ ਨਹੀਂ। ਤੁਸੀਂ ਕਹੋਗੇ ਕੋਈ ਉਸ ਬਚਨ ਨੂੰ ਮੋੜੇਗਾ ਨਹੀਂ, ਕਿਉਂਕਿ ਤੁਸੀਂ ਸਾਡੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸਭ ਤੋਂ ਵੱਡੇ ਤੁਸੀਂ ਹੋ। ਇਸ ਕਰਕੇ ਬਾਬਾ ਜੀ ਤੁਸੀਂ ਸ੍ਰੀ ਦਰਬਾਰ ਸਾਹਿਬ ਵੱਲ ਰਹੋ, ਉਧਰ ਵੀ ਧਿਆਨ ਰੱਖੋ ਤੇ ਇੱਧਰ ਵੀ ਧਿਆਨ ਰੱਖੋ। ਹਾਂਜੀ। ਮਨ ਬਾਛਤ ਸਿੱਖਨ ਕੋ ਦੀਜ ਹੈ, ਔਰ ਸਾਡੇ ਵੱਲੋਂ ਤੁਹਾਨੂੰ ਪੂਰੇ ਅਧਿਕਾਰ ਨੇ ਕਿ ਜੋ ਬਚਨ ਕਿਸੇ ਸਿੱਖ ਨੂੰ ਤੁਸੀਂ ਕਹਿ ਦਿਓਗੇ ਉਹ ਪੂਰਾ ਹੋਵੇਗਾ। ਮਨ ਬਾਛਤ ਫਲ ਸੰਗਤਾਂ ਨੂੰ ਜੋ ਵੀ ਕਿਸੇ ਨੂੰ ਚਾਹੀਦਾ ਹੋਇਆ ਤੁਸੀਂ ਦੇਈ ਜਾਣਾ। ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਜੋ ਮੂੰਹ ਤੋਂ ਤੁਸੀਂ ਬਚਨ ਬੋਲ ਦਿਓਗੇ ਉਹ ਬਚਨ ਇੱਥੇ ਵੀ ਸੱਚੇ ਤੇ ਦਰਗਾਹ 'ਚ ਵੀ ਸੱਚੇ ਹੋਣਗੇ। ਹਾਂਜੀ। ਹਮਰੇ ਸੰਸਰ ਸਕਲ ਕਰੀਜ ਹੈ, ਜੋ ਅਸੀਂ ਕਰਦੇ ਹਾਂ ਤੁਸੀਂ ਕਰੋ। ਦੇਖੋ ਸਾਧ ਸੰਗਤ ਜੀ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ। ਗੁਰਬਾਣੀ ਦੀਆਂ ਪੰਕਤੀਆਂ ਜੇ ਪੜ੍ਹਦੇ ਹਾਂ ਤੇ ਇਤਿਹਾਸ ਉਹਦੀ ਵਿਆਖਿਆ ਕਰਦਾ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਚੁਣ ਕੱਢੇ ਲੱਦੋ ਵਾਰੇ। ਗੁਰੂ ਆਪਣੇ ਸਿੱਖਾਂ 'ਚ ਵਰਤਦਾ। ਗੁਰੂ ਤੇ ਸਿੱਖ 'ਚ ਕੋਈ ਫਰਕ ਨਹੀਂ। ਗੁਰੂ ਸਿੱਖ, ਸਿੱਖ ਗੁਰੂ ਹੈ ਏਕੋ, ਗੁਰੂ ਉਪਦੇਸ਼ ਚਲਾਏ। ਜਿਹੜੇ ਗੁਰੂ ਦੇ ਉਪਦੇਸ਼ ਤੇ ਚੱਲੇ ਨੇ ਗੁਰੂ ਕੇ ਸਿੱਖ, ਉਹ ਗੁਰੂ ਦਾ ਹੀ ਰੂਪ ਹੋ ਗਏ। ਬਾਬਾ ਜੀ ਜੋ ਅਸੀਂ ਸੰਗਤ ਨੂੰ ਬਖਸ਼ਿਸ਼ ਕਰਦੇ ਹਾਂ ਤੁਸੀਂ ਕਰੀ ਜਾਓ, ਤੇ ਇਹ ਸੰਗਤ ਨੂੰ ਕਹੋ ਭਾਈ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਓ, ਅੰਮ੍ਰਿਤਸਰ ਇਸ਼ਨਾਨ ਕਰ ਲਓ, ਕਥਾ ਕੀਰਤਨ ਸੁਣ ਲਓ, ਗੁਰੂ ਸਾਹਿਬ ਦੇ ਦਰਸ਼ਨ ਇਹੀ ਹਨ। ਹਾਂਜੀ। ਕਰ ਸਮਸਤ ਤੋਰਬੋ ਕਰਨੀ, ਹਾਂ, ਜਿਵੇਂ ਅਸੀਂ ਮਰਜ਼ਾਦਾ ਕਰਦੇ ਹਾਂ ਉਹ ਸਾਰੀ ਮਰਜ਼ਾਦਾ ਤੁਸੀਂ ਕਰੋ। ਕਾਰ ਸਮਸਤ ਤੋਰਬੋ ਕਰਨੀ, ਗੁਰੂ ਘਰ ਦੀ ਜਿੰਨੀ ਵੀ ਕਾਰ ਸੇਵਾ ਹੈ, ਜ਼ਿੰਮੇਵਾਰੀ ਹੈ, ਉਹ ਤੁਸੀਂ ਚਲਾਓ ਹੁਣ। ਹਾਂਜੀ। ਸਭ ਸੰਗਤ ਕੋ ਧੀਰਜ ਧਰਨੀ, ਸਾਰੀ ਸੰਗਤ ਨੂੰ ਧੀਰਜ ਦਿਓ, ਹੌਸਲਾ ਦਿਓ। ਸੰਗਤ ਦੇ ਮਨ ਨੂੰ ਗੁਰੂ ਨਾਲ ਜੋੜ ਕੇ ਰੱਖੋ। ਸਾਧ ਸੰਗਤ ਜੀ, ਪ੍ਰਚਾਰਕਾਂ ਦਾ ਕੰਮ ਕੀ ਹੈ? ਪ੍ਰਚਾਰਕਾਂ ਦਾ ਕੰਮ ਇਹ ਹੈ ਗੁਰੂ ਕੇ ਸਿੱਖਾਂ ਦਾ ਕਿ ਸੰਗਤ ਦੀ ਸ਼ਰਧਾ ਨਹੀਂ ਟੁੱਟਣ ਦੇਣੀ। ਐਸੇ ਬਚਨ ਗੁਰੂ ਦੀ ਬਾਣੀ ਦੇ ਸੁਣਾਣੇ ਨੇ ਜਿਨ੍ਹਾਂ ਨੂੰ ਸੁਣ ਕੇ ਸੰਗਤ ਗੁਰੂ ਨਾਲ ਜੁੜੀ ਰਵੇ।
ਹਮੇਸ਼ਾ ਸ਼ਰਧਾ ਭਾਵਨਾ ਵਿੱਚ ਭਿੱਜੀ ਰਵੇ। ਤੇ ਜੇ ਕੋਈ ਮੇਰੇ ਵਰਗਾ ਪ੍ਰਚਾਰਕ ਸੰਗਤਾਂ ਦੀ ਸ਼ਰਧਾ ਤੋੜਨ ਲੱਗਾ ਤਾਂ ਸਮਝ ਲਓ ਵੀ ਕੀ ਕਰ ਰਿਹਾ। ਗੱਲ ਤਾਂ ਇੱਥੋਂ ਸਾਫ਼ ਹੋ ਜਾਂਦੀ। ਗੁਰੂ ਸਾਹਿਬ ਕਹਿ ਰਹੇ ਨੇ ਬਾਬਾ ਬੁੱਢਾ ਜੀ ਨੂੰ ਵੀ ਤੁਸੀਂ ਸੰਗਤ ਨੂੰ ਬਾਣੀ ਨਾਲ ਜੋੜ ਕੇ ਰੱਖਣਾ, ਨਾਮ ਨਾਲ ਜੋੜ ਕੇ ਰੱਖਣਾ, ਕਿਉਂਕਿ ਇਨਸਾਨ ਦੇ ਕੋਲ ਸ਼ਰਧਾ ਹੋਵੇ ਉਹਨੂੰ ਗਿਆਨ ਹੋ ਸਕਦਾ, ਜੇ ਸ਼ਰਧਾ ਨਾ ਹੋਵੇ ਉਹਨੂੰ ਗਿਆਨ ਨਹੀਂ ਹੋ ਸਕਦਾ। ਸ਼ਰਧਾਵਾਨ ਲੱਭਤੇ ਗਿਆਨ, ਸ਼ਰਧਾਵਾਨ ਹੀ ਗਿਆਨੀ ਬਣਦੇ ਹਨ। ਭਾਵੇਂ ਤੁਸੀਂ ਦੁਨਿਆਵੀ ਗਿਆਨ ਹੈ, ਭਾਵੇਂ ਅਧਿਆਤਮਿਕ ਗਿਆਨ। ਸਕੂਲ ਕਾਲਜ ਟੀਚਰ ਪੜ੍ਹਾਉਂਦੇ ਨੇ ਦੁਨਿਆਵੀ ਗਿਆਨ, ਪ੍ਰੋਫੈਸਰ ਪੜ੍ਹਾਉਂਦੇ ਨੇ, ਉਹ ਬਲੈਕ ਬੋਰਡ ਤੇ ਜਾਂ ਕਿਤਾਬਾਂ ਦੇ ਵਿੱਚ ਨੋਟਿਸ ਦਿੰਦੇ, ਨੋਟ ਦਿਖਾਉਂਦੇ ਨੇ ਵੀ ਆਹ ਨੋਟ ਲਿਖੋ, ਆਹ ਫਾਰਮੂਲਾ ਲਿਖੋ। ਤੇ ਜੇ ਕੋਈ ਉਹਦੇ ਤੇ ਸ਼ਰਧਾ ਨਾ ਰੱਖੇ, ਕਹਿੰਦਾ ਮੈਂ ਤੇ ਮੰਨਦਾ ਹੀ ਨਹੀਂ ਇਸ ਫਾਰਮੂਲੇ ਨੂੰ, ਉਹਨੂੰ ਗਿਆਨ ਨਹੀਂ ਹੁੰਦਾ, ਉਹਨੂੰ ਨੌਲੇਜ ਨਹੀਂ ਆਉਂਦੀ। ਦੁਨਿਆਵੀ ਵੀ ਮੈਥ ਪੜ੍ਹਾਉਂਦੇ ਨੇ, ਸਾਇੰਸ ਪੜ੍ਹਾਉਂਦੇ ਨੇ ਟੀਚਰ, ਤੇ ਉਹ ਮੰਨਣਾ ਹੀ ਪੈਂਦਾ ਨਾ। ਸਪੋਜ਼ ਕਰੋ, ਕਹਿੰਦਾ ਟੀਚਰ ਕਹਿੰਦਾ ਸਪੋਜ਼ ਕਰੋ ਵੀ ਇੰਨੀ ਕੀਮਤ ਹੈ, ਇੰਨੇ ਪੈਸੇ ਨੇ, ਉਹਨੂੰ ਇੰਨੇ ਬੰਦਿਆਂ 'ਚ ਵੰਡਣਾ। ਉਹ ਬੰਦਾ ਮੇਰੇ ਵਰਗਾ ਮੂਰਖ ਕਹਿੰਦਾ ਨਹੀਂ ਜੀ ਮੈਂ ਨਹੀਂ ਮੰਨਦਾ ਹੀ ਨਹੀਂ, ਮੈਂ ਤਾਂ ਇੰਨੇ ਪੈਸੇ ਹੈ ਹੀ ਨਹੀਂ। ਉਹ ਕਹਿੰਦਾ ਤੂੰ ਮੰਨ ਲੈ ਤਾਂ ਸਮਝ ਆਏਗੀ। ਕਹਿੰਦਾ ਨਾ ਮੈਂ ਮੰਨਦਾ ਹੀ ਨਹੀਂ। ਮਾਸਟਰ ਕਹਿੰਦਾ ਊੜਾ ਊਂਠ, ਉਹ ਕਹਿੰਦਾ ਊੜਾ ਬੋਤਾ, ਕੀ ਸਮਝ ਆਉਣੀ ਹੈ? ਗੱਲ ਜਿਹੜੀ ਹੈ ਸ਼ਰਧਾ ਨਾਲ ਬਣਦੀ ਹੈ। ਤਾਂ ਸਿੱਖਾਂ ਨੂੰ ਬ੍ਰਹਮ ਗਿਆਨ ਤੱਕ ਪਹੁੰਚਾਉਣਾ ਹੈ। ਜਿਹੜੇ ਵਿਚਾਰੇ ਨਰਸਰੀ ਵਿੱਚ ਹੀ ਉਲਝ ਗਏ, ਉਹਨਾਂ ਨੇ ਐਮਏ ਕੀ ਕਰਨੀ ਹੋਈ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਨਰਸਰੀ ਦੀ ਪਹਿਲੀ ਕਿਤਾਬ ਹੀ ਨਹੀਂ ਪੜ੍ਹ ਸਕੇ, ਊੜਾ ਐੜਾ ਨਹੀਂ ਪੜ੍ਹੇ, ਉਹਨਾਂ ਦੇ ਅੱਗੇ ਕੀ ਪਹੁੰਚਣਾ? ਨਾਸਤਕ ਹੋ ਕੇ ਕੁਛ ਨਹੀਂ ਬਣਦਾ। ਮਹਾਰਾਜ ਕਹਿੰਦੇ ਭਾਈ ਸਿੱਖਾਂ ਨੂੰ ਬਾਬਾ ਬੁੱਢਾ ਜੀ ਤੁਸੀਂ ਜੋੜ ਕੇ ਗੁਰੂ ਨਾਲ ਰੱਖਣਾ, ਫਿਰ ਇਹਨਾਂ ਦਾ ਭਲਾ ਹੋਣਾ। ਹਾਂਜੀ, ਆਏ ਸਮਾਨ ਜੋਰ ਕਰ ਹਾਥ। ਬਾਬਾ ਬੁੱਢਾ ਜੀ ਗੁਰੂ ਸਾਹਿਬ ਦਾ ਬਚਨ ਹੱਥ ਜੋੜ ਕੇ ਮੰਨਿਆ। ਸਤਿਗੁਰੂ ਸਾਹਿਬ ਜੀ ਦੀ ਆਗਿਆ ਨੂੰ ਸਿਰ ਉੱਤੇ ਮੰਨ ਕੇ ਬਾਬਾ ਬੁੱਢਾ ਸਾਹਿਬ ਜੀ ਤੁਰ ਪਏ। ਹਾਂਜੀ, ਸੀਸ ਚਰਨ ਧਰ ਪ੍ਰੇਮ ਕੇ ਸਾਥ। ਪ੍ਰੇਮ ਦੇ ਨਾਲ ਚਰਨਾਂ ਤੇ ਸੀਸ ਧਰਿਆ। ਉਧਰ ਵੀ ਸੇਵਾ ਸੰਭਾਲਦੇ ਸੀ, ਇੱਧਰ ਵੀ ਕਰਦੇ ਸੀ, ਕਿਉਂਕਿ ਜਿਹੜੇ ਕਾਗਜ਼ ਨੇ ਵਧੀਆ, ਉਹਨਾਂ ਦੀ ਕਟਿੰਗ ਕਰਕੇ, ਕਲਮਾਂ ਘੜ ਕੇ, ਸਿਆਹੀ ਦਾ ਬੰਦੋਬਸਤ ਬਾਬਾ ਬੁੱਢਾ ਜੀ ਕਰਕੇ ਦਿੰਦੇ ਸੀ। ਭਾਵੇਂ ਦੂਜੇ ਦਿਨ ਆਉਣ, ਭਾਵੇਂ ਰੋਜ਼ ਆਉਣ ਸ਼ਾਮ ਨੂੰ, ਜਾਂ 2-4 ਦਿਨ ਬਾਅਦ ਆਉਣ, ਉੱਥੇ ਵੀ ਗੇੜਾ ਮਾਰਨਾ। ਤੇ ਹਰਿਮੰਦਰ ਸਾਹਿਬ ਵੱਲ ਜ਼ਿਆਦਾ ਧਿਆਨ, ਉੱਧਰ ਸੰਗਤਾਂ ਨੂੰ ਵੀ ਸਾਂਭਣਾ। ਬਾਬਾ ਬੁੱਢਾ ਜੀ ਦਾ ਤਾਂ ਸਾਰਾ ਜੀਵਨ ਹੀ ਗੁਰਮੁਖ ਬੁੱਢੇ ਕਦੇ ਨਾ ਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਇੰਨੀ ਵੱਡੀ ਅਵਸਥਾ 125 ਸਾਲ ਉਮਰ ਪਾਈ ਹੈ। ਇੰਨੀ ਉਮਰ ਦੇ ਵਿੱਚ ਵੀ ਬਾਬਾ ਜੀ ਤਿਆਰ ਬਰ ਤਿਆਰ ਹੀ ਰਹੇ, ਚੜ੍ਹਦੀ ਕਲਾ ਵਿੱਚ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਉਦੋਂ ਬਾਬਾ ਜੀ 100 ਸਾਲ ਦੇ ਸਨ ਪੂਰੇ। ਤੇ 100 ਸਾਲ ਦਾ ਬਜ਼ੁਰਗ ਅੱਜ ਕੋਈ ਉੱਠ ਕੇ ਦਿਖਾ ਸਕਦਾ? ਪਹਿਲੀ ਗੱਲ ਤਾਂ 100 ਦਾ ਵੀ ਅੱਪੜਦਾ ਨਹੀਂ, ਤੇ ਜੇ ਕੋਈ 100 ਦਾ ਅੱਪੜਿਆ ਹੋਇਆ ਤੇ ਵਿਚਾਰਾ ਮੰਜੇ ਤੇ ਹੀ ਹੋਏਗਾ, ਮੌਤ ਨੂੰ ਉਡੀਕਦਾ ਹੋਏਗਾ ਵੀ ਕਦੋਂ ਮੇਰੀ ਜਾਨ ਨਿਕਲੇ। ਤੇ ਜਾਂ ਫਿਰ ਲੋਕ ਘਰ ਦੇ ਨਾਲ ਲੜਦਾ ਹੋਏਗਾ, ਜਾਂ ਨਿੰਦਾ ਚੁਗਲੀ ਕਰਦਾ ਹੋਏਗਾ। ਕੈਸੇ ਮਹਾਂਪੁਰਸ਼ ਹੋਏ ਨੇ ਕਿ 100 ਸਾਲ ਦੀ ਉਮਰ 'ਚ ਭੱਜੇ ਫਿਰਦੇ ਸਨ ਸੇਵਾ ਵਿੱਚ। ਧੰਨ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ। ਹਾਂਜੀ, ਬੁੱਢਾ ਤਬ ਚੱਲ ਕਰ ਪੁਰ ਆਇਓ। ਬਾਬਾ ਬੁੱਢਾ ਸਾਹਿਬ ਜੀ ਰਾਮਸਰ ਤੋਂ ਸ੍ਰੀ ਅੰਮ੍ਰਿਤਸਰ ਵਾਲੇ ਪਾਸੇ, ਉੱਥੋਂ ਬਹੁਤਾ ਦੂਰ ਤਾਂ ਹੈ ਨਹੀਂ, ਅੱਧਾ ਕਿਲੋਮੀਟਰ ਹੀ ਹੈ, ਅੱਧਾ ਪੌਣਾ ਕਿਲੋਮੀਟਰ ਬਣ ਜਾਂਦਾ। ਉੱਥੇ ਆ ਗਏ ਨੇ ਜਿੱਥੇ ਸ੍ਰੀ ਹਰਿਮੰਦਰ ਸਾਹਿਬ। ਹਾਂਜੀ, ਸਿੱਖ ਸੰਗਤ ਕੋ ਹੁਕਮ ਸੁਨਾਇਓ। ਆ ਕੇ ਸੰਗਤ ਨੂੰ ਮਹਾਰਾਜ ਦਾ ਹੁਕਮ ਸੁਣਾਇਆ ਵੀ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਨੇ ਹੁਕਮ ਦਿੱਤਾ ਵੀ ਤੁਸੀਂ ਸਾਰਿਆਂ ਨੇ ਸ੍ਰੀ ਹਰਿਮੰਦਰ ਸਾਹਿਬ ਹੀ ਰਹਿਣਾ, ਇੱਥੇ ਭਜਨ ਬਾਣੀ ਨਾਲ ਜੁੜਨਾ। ਹਾਂਜੀ, ਜਿਵੇਂ ਸ਼੍ਰੀ ਅਰਜਨ ਆਗਿਆ ਦਈ। ਜੋ ਪੰਜਵੇਂ ਪਾਤਸ਼ਾਹ ਨੇ ਆਗਿਆ ਦਿੱਤੀ, ਹੁਕਮ ਦਿੱਤਾ, ਤਿਸੀ ਰੀਤ ਨਿਸ ਦਿਨ ਕ੍ਰਿਤ ਕਈ। ਬਾਬਾ ਬੁੱਢਾ ਸਾਹਿਬ ਜੀ ਉਸੇ ਤਰ੍ਹਾਂ ਹੀ ਕਰਨ ਲੱਗ ਪਏ। ਹਾਂਜੀ, ਸਭ ਸੰਗਤ ਅੰਮ੍ਰਿਤਸਰ ਨਾਵੈ। ਹੁਣ ਸੰਗਤ ਮਹਾਰਾਜ ਦਾ ਹੁਕਮ ਮੰਨ ਕੇ, ਬਚਨ ਮੰਨ ਕੇ ਸ੍ਰੀ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕਰਦੀ ਹੈ। ਹਾਂਜੀ, ਦਰਸ਼ਨ ਸ੍ਰੀ ਹਰਿਮੰਦਰ ਜਾਵੈ। ਉਸ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੀ ਹੈ ਸੰਗਤ। ਹਾਂਜੀ, ਮੇਲ ਕੀਰਤਨ ਹੋਤ ਵਿਸਾਲਾ। ਉੱਥੇ ਬਹਿ ਕੇ ਕੀਰਤਨ ਹੁੰਦਾ, ਸੰਗਤਾਂ ਕੀਰਤਨ ਸੁਣਦੀਆਂ ਨੇ। ਹਾਂਜੀ, ਬੈਠਾ ਬੁੱਢਾ ਵਿੱਚ ਸਭ ਕਾਲਾ। ਤੇ ਬਾਬਾ ਬੁੱਢਾ ਜੀ ਕੀਰਤਨ 'ਚ ਬੈਠੇ ਰਹਿੰਦੇ,
ਸੰਗਤਾਂ ਉਹਨਾਂ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਰਹਿੰਦੀਆਂ ਨੇ। ਹਾਂਜੀ। ਦੋਹਰਾ ਨਿਕਟ ਰਹਿਓ ਗੁਰਦਾਸ ਇੱਕ। ਕੋਲ ਗੁਰੂ ਅਰਜਨ ਦੇਵ ਜੀ ਦੇ ਕੌਣ ਹੈ? ਰਾਮਸਰ ਇੱਕ ਪੰਜਵੇਂ ਪਾਤਸ਼ਾਹ ਜੀ ਆਪ ਹਨ, ਤੇ ਦੂਜੇ ਸਤਿਕਾਰਯੋਗ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ ਹਨ। ਹਾਂਜੀ। ਲਿਖਣ ਸੁਣਨ ਕੇ ਹੇਤ ਭਾਈ ਗੁਰਦਾਸ ਜੀ ਗੁਰਬਾਣੀ ਲਿਖਣ ਵਾਸਤੇ, ਬਾਣੀ ਦੇ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪਾਦਨ ਕਰਨ ਵਾਸਤੇ ਸਤਿਗੁਰਾਂ ਦੇ ਕੋਲ ਹਾਜ਼ਰ ਹਨ। ਲਿਖਾਰੀ ਹਨ ਭਾਈ ਗੁਰਦਾਸ ਜੀ, ਬੜੇ ਵਧੀਆ ਲਿਖਾਰੀ ਹਨ। ਹਾਂਜੀ। ਕੇਤਕ ਸੇਵਕ ਅਪਰ ਜੇ। ਹੋਰ ਵੀ ਕਈ ਸਿੱਖ ਜਿਹੜੇ ਖਾਸ ਸੇਵਾ ਵਾਸਤੇ ਜ਼ਰੂਰੀ ਨੇ, ਕਿਉਂਕਿ ਮਹਾਰਾਜ ਸਾਹਿਬ ਨੇ ਬਾਣੀ ਉਚਾਰੀ ਜਾਣੀ, ਭਾਈ ਗੁਰਦਾਸ ਜੀ ਨੇ ਲਿਖੀ ਜਾਣੀ ਹੈ। ਹੋਰ ਜਿਹੜੇ ਆਲੇ ਦੁਆਲੇ ਦੀ ਸਹਾਇਕ ਸੇਵਾ ਹੈ, ਉਹ ਸੇਵਾ ਹੈਲਪਰ ਦੇ ਤੌਰ ਤੇ ਕਰਨ ਵਾਸਤੇ 2-4 ਸਿੱਖ ਹੋਰ ਰੁਕੇ ਨੇ। ਹਾਂਜੀ। ਬੈਠਾ ਹੋਏ ਸੁਚੇਤ। ਉਹ ਵੀ ਬੜੇ ਸਾਵਧਾਨ ਹੋ ਕੇ ਬਹਿੰਦੇ, ਇਹ ਨਹੀਂ ਵੀ ਸੁੱਤੇ ਰਹਿਣ ਕੋਲ, ਤਿਆਰ ਪਰ ਤਿਆਰ। ਕੀ ਪਤਾ ਗੁਰੂ ਸਾਹਿਬ ਨੇ ਕੀ ਹੁਕਮ ਲਾਣਾ, ਕਿਹੜੀ ਚੀਜ਼ ਮੰਗ ਲੈਣੀ, ਸ਼ਾਹੀ ਲਿਆਓ, ਕਲਮ ਲਿਆਓ, ਦਵਾਤ ਲਿਆਓ, ਕੋਈ ਹੋਰ ਚੀਜ਼ ਦਾ ਜਲ ਦੀ ਛਕਾਉਣ ਦੀ ਲੋੜ ਪੈ ਗਈ ਹੈ। ਕੋਈ ਵੀ ਪਹਿਰਾ ਉਹ ਕਰਨ ਵਾਸਤੇ ਸਿੱਖ ਸੇਵਾਦਾਰ ਧੰਨ ਹੋਣਗੇ। ਉਹ ਸਿੱਖ ਵੀ ਜਿਨ੍ਹਾਂ ਨੂੰ ਸਾਧ ਸੰਗਤ ਜਦੋਂ ਮੌਕਾ ਮਿਲਿਆ ਹੋਵੇਗਾ ਸੇਵਾ ਦਾ, ਉਹ ਵੀ ਕੋਈ ਮਹਾਂਪੁਰਸ਼ ਬ੍ਰਹਮ ਗਿਆਨੀ ਸਾਧੂ ਹੀ ਸਨ, ਜਿਹੜੇ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਕੋਲ ਸੇਵਾ ਕਰ ਰਹੇ ਸਨ। ਹਾਂਜੀ। ਚੌਪਈ ਨਿਕਨਾ ਪਹੁੰਚ ਹੈ ਬਿਨਾਂ ਬੁਲਾਏ। ਤੇ ਹੁਕਮ ਇਹ ਹੈ ਵੀ ਜਿੰਨਾ ਚਿਰ ਅਸੀਂ ਬੁਲਾਉਂਦੇ ਨਹੀਂ, ਤੁਸੀਂ ਤੰਬੂ ਦੇ ਅੰਦਰ ਨਹੀਂ ਆਉਣਾ। ਉਹਨਾਂ ਸਿੱਖਾਂ ਨੇ ਬਾਹਰ ਬਹਿਣਾ, ਉਹਨਾਂ ਨੂੰ ਹੁਕਮ ਹੈ ਵੀ ਅੰਦਰ ਨਹੀਂ ਆਉਣਾ ਜਿੰਨਾ ਚਿਰ ਅਸੀਂ ਬੁਲਾਉਂਦੇ ਨਹੀਂ। ਬਿਨਾਂ ਬੁਲਾਇਆ ਕੋਈ ਸੇਵਾਦਾਰ ਵੀ ਤੰਬੂ ਦੇ ਅੰਦਰ ਨਹੀਂ ਜਾ ਸਕਦਾ। ਹਾਂਜੀ। ਚੌਹਾਂ ਦੇਸ਼ ਬੈਠੇ ਕਰ ਚੁੱਕ ਵਸਾਏ। ਚੌਕਸੀ ਕਰਕੇ ਚਾਰੇ ਪਾਸੇ ਸਿੱਖ ਬੈਠੇ ਆ, ਵੀ ਕੋਈ ਬਾਹਰੋਂ ਵੀ ਕੋਈ ਕਈ ਵਾਰੀ ਅਣਜਾਣ ਬੰਦੇ ਆਉਂਦੇ, ਸਿੱਧੇ ਹੀ ਅੰਦਰ ਵੜ ਜਾਂਦੇ, ਰੌਲਾ ਬਿਰਤੀ ਖਰਾਬ ਨਾ ਹੋਵੇ, ਇਸ ਕਰਕੇ ਦੂਰ ਦੂਰ ਸਿੱਖ ਬੈਠ ਗਏ ਵੀ ਜੇ ਕੋਈ ਬਾਹਰੋਂ ਆਉਂਦਾ ਵੀ ਹੋਵੇ ਉਹਨੂੰ ਰੋਕ ਦੇਣਾ, ਭਾਈ ਰੁਕ ਜਾ, ਅੱਗੇ ਨਹੀਂ ਜਾਣਾ, ਅੱਗੇ ਬਾਣੀ ਮਹਾਰਾਜ ਦੀ ਲਿਖੀ ਜਾ ਰਹੀ ਹੈ। ਪੂਰਾ ਪਹਿਰਾ ਤਿਆਰ ਬਰ ਤਿਆਰ ਹੋ ਕੇ ਸਿੱਖ ਦੇ ਰਹੇ ਨੇ। ਹਾਂਜੀ। ਜੋ ਮਾਨਵ ਆਵ ਹੈ ਅਣਜਾਣੇ। ਜੇ ਕੋਈ ਅਣਜਾਣ ਬੰਦਾ ਜਿਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਅੰਦਰ ਵੜ ਜਾਵੇ ਸਿੱਧਾ, ਉਹਨੂੰ ਰੋਕਣ ਲਈ ਸਮਝਾਉਣ ਲਈ ਦੂਰ ਖੜੇ ਨੇ ਸਿੱਖ। ਜੋ ਕੋਈ ਅਣਜਾਣ ਬੰਦਾ ਆ ਜਾਵੇ, ਬਰਜ ਹੈ ਤਿਨ ਹੈ ਨਾ ਢਿਗਦੇ ਜਾਣੇ, ਉਹਨੂੰ ਬੜੇ ਪਿਆਰ ਨਾਲ ਇਸ਼ਾਰਾ ਕਰਦੇ ਠਹਿਰ। ਫਿਰ ਹੌਲੇ ਜਿਹੇ ਕੰਨ 'ਚ ਕਹਿੰਦੇ ਭਾਈ ਬੋਲਣਾ ਨਹੀਂ, ਉੱਚਾ ਆਵਾਜ਼ ਤੇਰੀ ਨਹੀਂ ਜਾਣੀ ਚਾਹੀਦੀ, ਅੰਦਰ ਨਹੀਂ ਤੂੰ ਜਾ ਸਕਦਾ। ਮਹਾਰਾਜ ਸਾਹਿਬ ਜੀ ਦੇ ਤੰਬੂ ਨੂੰ ਇੱਥੋਂ ਹੀ ਮੱਥਾ ਟੇਕ ਲੈ ਤੇ ਵਾਪਸ ਚਲਾ ਜਾ। ਅੰਦਰ ਜਾਣ ਦਾ ਸਾਨੂੰ ਵੀ ਹੁਕਮ ਨਹੀਂ, ਕੋਈ ਅੰਦਰ ਤੰਬੂ ਦੇ ਨਹੀਂ ਜਾ ਸਕਦਾ। ਹਾਂਜੀ। ਏਕਾਕੀ ਹੋਇ ਗੁਰ ਪੂਰੇ। ਇਸ ਤਰ੍ਹਾਂ ਪੂਰਨ ਇਕਾਂਤ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਪੂਰਨ ਸਤਿਗੁਰੂ ਪੰਜਵੇਂ ਪਾਤਸ਼ਾਹ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਵਾਉਣ ਲੱਗੇ ਹਨ। ਹਾਂਜੀ। ਤਬ ਗੁਰਦਾਸ ਹਕਾਰ ਦੂਰੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਕੋਲ ਬਿਠਾ ਲਿਆ ਹੈ। ਹਾਂਜੀ। ਨਿਕਟ ਬਿਠਾਏ ਮਨੋਰਥ ਭਾਖਾ। ਔਰ ਕੋਲ ਬਿਠਾ ਕੇ ਮਹਾਰਾਜ ਜੀ ਆਪਣੇ ਮਨ ਦਾ ਫੁਰਨਾ, ਆਪਣਾ ਸ਼ੁਭ ਸੰਕਲਪ, ਸ਼ੁਭ ਮਨੋਰਥ ਭਾਈ ਸਾਹਿਬ ਨੂੰ ਕਹਿੰਦੇ ਹਨ। ਹਾਂਜੀ। ਸੁਣ ਭਾਈ ਹਮਰੀ ਅਭਿਲਾਖਾ। ਇਹ ਭਾਈ ਸਾਹਿਬ ਗੁਰਦਾਸ ਜੀ ਸੁਣੋ ਜੋ ਸਾਡੇ ਮਨ ਦੀ ਅਭਿਲਾਸ਼ਾ ਹੈ। ਹਾਂਜੀ। ਰਚੋ ਗ੍ਰੰਥ ਕੀ ਬੀੜ ਉਦਾਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤਿਆਰ ਕਰੀਏ। ਬੀੜ ਸਾਧ ਸੰਗਤ ਜੀ ਜਿਲਦ ਨੂੰ ਕਹਿੰਦੇ ਹਨ, ਜਿਹਦੇ ਵਿੱਚ ਇਕੱਠੀ ਅੱਜ ਕੱਲ੍ਹ ਨਾ ਬੜੇ ਹੀ ਸਿੱਖਾਂ ਦੇ ਵਿੱਚ ਭੁਲੇਖੇ ਪਾਉਣ ਵਾਲੇ ਲੋਕਾਂ ਦੇ ਨਵੇਂ ਸ਼ਬਦ ਘੜ ਕੇ ਪੁਰਾਤਨ ਸ਼ਬਦਾਂ ਨੂੰ ਕੰਡੈਮ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਇੱਕ ਨਵਾਂ ਸ਼ਬਦ ਬਣਾ ਤਾਂ ਲਿਆ ਨਗਰ ਕੀਰਤਨ, ਪਰ ਪਹਿਲਾਂ ਵਰਤਦੇ ਸੀ ਜਲੂਸ। ਅੱਜ ਮਾੜਾ ਸਮਝਣ ਲੱਗ ਪਏ ਜਲੂਸ ਨੂੰ। ਜਲੂਸ ਮਾੜਾ ਸ਼ਬਦ ਨਹੀਂ ਹੈ। ਜਲੂਸ ਦਾ ਅਰਥ ਹੈ ਜਲਵਾ ਫਰੋਸਣਾ, ਆਪਣਾ ਜਲਵਾ ਦਿਖਾਣਾ। ਸ਼ਾਹੀ ਠਾਠ ਬਾਠ ਨਾਲ, ਨਗਾਰਿਆਂ ਨਾਲ, ਨਿਸ਼ਾਨਾਂ ਨਾਲ ਰਾਜੇ ਮਹਾਰਾਜੇ ਨਿਕਲਦੇ ਨੇ, ਰਾਜੇ ਮਹਾਰਾਜਿਆਂ ਦਾ ਜਲੂਸ ਹੁੰਦਾ। ਇਸੇ ਤਰ੍ਹਾਂ ਸਾਧ ਸੰਗਤ ਜੀ ਹੋਰ ਵੀ ਬੜੇ ਸ਼ਬਦ ਨੇ ਜਿਹੜੇ ਅਸੀਂ ਬਦਨਾਮ ਕਰਤੇ। ਬੀੜ ਸ਼ਬਦ ਦਾ ਮਤਲਬ ਹੈ ਕਿ ਬਹੁਤ ਚੀਜ਼ਾਂ ਇਕੱਠੀਆਂ ਹੋਣੀਆਂ, ਜਿਵੇਂ ਬਹੁਤ ਸਾਰੇ ਦਰਖਤ ਇਕੱਠੇ ਹੋਣ ਨਾ, ਉਹਨੂੰ ਕਹਿੰਦੇ ਆ ਬੀੜ। ਜਿੱਥੇ ਬਹੁਤ ਸਾਰੇ ਇਕੱਠੇ 32 ਦੰਦ ਹੋਣ, ਦੰਦਾਂ ਦੀ ਬੀੜ,
ਦੰਦਾਂ ਦੀ ਵੀ ਬੀੜ ਕਹਿੰਦੇ ਆਪਾਂ ਪੰਜਾਬੀ 'ਚ, ਇਹ ਮੇਰੇ ਦੰਦਾਂ ਦੀ ਬੀੜ ਹੈ। ਉਹ ਜੁੜੇ ਹੋਣ, ਇਕੱਠੇ ਹੋਣ, ਸੰਘਣੇ ਹੋਣ। ਜਿੱਥੇ ਗੁਰਬਾਣੀ ਲਿਖੀ ਹੋਏ ਤੇ ਕਾਗਜ਼ ਜਿਹੜੇ ਨੇ ਇੱਦਾਂ ਨਾਲ ਨਾਲ ਜੋੜ ਕੇ ਜਿਲਦ ਬੰਨੀ ਜਾਵੇ, ਬਾਈਂਡਿੰਗ ਕੀਤੀ ਜਾਵੇ, ਉਹਨੂੰ ਕਹਿੰਦੇ ਨੇ ਬੀੜ। ਤਾਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਸ਼ਬਦ ਤੋਂ ਇੰਨੀ ਸਾਨੂੰ ਉਹ ਨਹੀਂ ਹੋਣੀ ਚਾਹੀਦੀ ਵੀ ਇਹ ਬੀੜ ਕਹਿ ਦਿੱਤੀ ਜੀ, ਸਰੂਪ ਕਹਿਣਾ ਸੀ। ਸਰੂਪ ਵੀ ਮਹਾਰਾਜ ਦਾ ਕਹਿ ਸਕਦੇ, ਸਤਿਕਾਰ ਹੈ, ਪਰ ਪੁਰਾਣੇ ਸਮੇਂ ਬੀੜ ਕਹਿੰਦੇ ਸੀ। ਤਾਂ ਬੀੜ ਦਾ ਮਤਲਬ ਹੈ ਵੀ ਜਿਹਦੇ 'ਚ ਗੁਰਬਾਣੀ ਦੀਆਂ ਪੋਥੀਆਂ ਸੈਂਚੀਆਂ ਇਕੱਠੀਆਂ ਕੀਤੀਆਂ ਜਾਣਗੀਆਂ, ਇੱਕ ਜਗ੍ਹਾ 'ਤੇ ਸਾਰੀ ਬਾਣੀ ਇਕੱਠੀ ਲਿਖੀ ਜਾਏਗੀ। ਮਹਾਰਾਜ ਕਹਿੰਦੇ ਭਾਈ ਸਾਹਿਬ ਅਸੀਂ ਸਾਰੀ ਗੁਰੂ ਭਗਤਾਂ ਦੀ, ਸੰਤਾਂ ਦੀ ਬਾਣੀ ਇਕੱਠੀ ਲਿਖਵਾਉਣੀ ਚਾਹੁੰਦੇ ਇੱਕ ਜਗ੍ਹਾ 'ਤੇ। ਹਾਂਜੀ, ਲਿਖ ਅੱਖਰ ਗੁਰਮੁਖੀ ਮਝਾਰੀ। ਹਾਂ ਭਾਈ ਸਾਹਿਬ ਜੀ, ਗੁਰਮੁਖੀ ਦੇ ਵਿੱਚ ਅੱਖਰ ਲਿਖ ਦਿਓ ਤੇ ਗੁਰਮੁਖੀ ਅੱਖਰਾਂ 'ਚ ਆਪਾਂ ਸਾਰੀ ਬਾਣੀ ਮਹਾਰਾਜ ਦੀ ਲਿਖ ਦਈਏ, ਤਾਂ ਕਿ ਆਉਣ ਵਾਲੇ ਸਮੇਂ 'ਚ ਸੰਗਤਾਂ ਪਾਠ ਕਰਨ, ਬਾਣੀ ਪੜ੍ਹ ਸਕਣ। ਹਾਂਜੀ, ਸ੍ਰੀ ਨਾਨਕ ਪੱਟੀ ਜੋ ਬਣਾਈ। ਜੋ ਗੁਰੂ ਨਾਨਕ ਦੇਵ ਜੀ ਨੇ ਸੱਚਖੰਡ ਤੋਂ ਅੱਖਰ ਲਿਆਂਦੇ ਨੇ। ਪੱਟੀ ਆਸਾ ਮਹੱਲਾ ਪਹਿਲਾ। ਪੱਟੀ ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਪਿਆ। ਜਿਹੜੀ ਪੱਟੀ ਮਹਾਰਾਜ ਨੇ 35 ਅੱਖਰ ਲਿਆਂਦੇ ਨੇ, ਉਹਨਾਂ ਨੂੰ ਗੁਰਮੁਖੀ ਅੱਖਰ ਵੀ ਆਪਾਂ ਕਹਿੰਦੇ ਹਾਂ। ਗੁਰੂ ਦੇ ਮੁਖ ਤੋਂ ਜੋ ਨਿਕਲੇ ਨੇ, ਗੁਰਮੁਖੀ, ਗੁਰੂ ਦੇ ਮੁਖ ਤੋਂ ਬਚਨ ਜਿਹੜੇ ਨਿਕਲੇ ਨੇ, ਅੱਖਰ ਜਿਹੜੇ ਨਿਕਲੇ ਨੇ, ਉਹਨਾਂ ਨੂੰ ਗੁਰਮੁਖੀ ਅੱਖਰ ਕਹਿੰਦੇ। ਉਹਨਾਂ ਦੇ ਵਿੱਚ ਗੁਰਬਾਣੀ ਲਿਖੀ ਹੈ। ਹਾਂਜੀ, 35 ਅੱਖਰ ਕਰੇ ਸਹਾਈ। 35 ਅੱਖਰ ਗੁਰੂ ਨਾਨਕ ਦੇਵ ਜੀ ਨੇ, ਮਹਾਰਾਜ ਨੇ ਬਖਸ਼ੇ ਨੇ। ਪੰਜਾਬ ਦੀ ਬੋਲੀ ਉਹਦੇ 'ਚ ਵਧੀਆ ਤਰੀਕੇ ਨਾਲ ਲਿਖੀ ਜਾ ਸਕਦੀ ਹੈ। ਹਾਂਜੀ, ਤਿਨ ਮਹਿ ਲਿਖੋ ਸਰਬ ਗੁਰਬਾਣੀ। ਉਹਨਾਂ 35 ਅੱਖਰਾਂ ਵਿੱਚ ਸਾਰੀ ਗੁਰਬਾਣੀ ਲਿਖੋ ਭਾਈ ਗੁਰਦਾਸ ਜੀ। ਪਠਵੇ ਵਿਖੈ ਸੁਖੈਨ ਮਹਾਨੀ। ਜਿਹੜੀ ਗੁਰਮੁਖੀ ਪੜ੍ਹਨ ਵਿੱਚ ਵੀ ਸੌਖੀ ਹੈ, ਬੋਲਣ ਵਿੱਚ ਵੀ ਸੌਖੀ ਹੈ। ਪੰਜਾਬ ਦੇ ਬੱਚੇ ਦੀ ਜ਼ੁਬਾਨ ਤੇ ਚੜ੍ਹੀ ਹੋਈ ਉਸ ਬੋਲੀ, ਉਸ ਲਿਪੀ 'ਚ, ਜਿਹੜੀ ਲਿਪੀ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ, ਉਹਦੇ ਵਿੱਚ ਮਹਾਰਾਜ ਦੀ ਬਾਣੀ ਲਿਖੋ ਸਾਰੀ। ਹਾਂਜੀ, ਜਿਨ ਕੀ ਬੁੱਧ ਮਹਿਦਦ ਕਾਈ। ਜਿਨ੍ਹਾਂ ਦੀ ਬੁੱਧੀ ਬਹੁਤ ਹੋਵੇਗੀ, ਜ਼ਿਆਦਾ ਹੋਵੇਗੀ। ਬਹੁ ਅਭਿਆਸ ਹੈ ਵਿਦਿਆ ਪਾਈ। ਜਿਹੜੇ ਬਹੁਤ ਅਭਿਆਸੀ ਹੋਣਗੇ, ਵਿਦਿਆ ਪ੍ਰਾਪਤ ਕਰਨਗੇ। ਬਹੁਤ ਬਰਖ ਲਗ ਪਟ ਹੈ ਵਿਚਾਰ ਹੈ। ਇਹ ਬਾਣੀ ਨੂੰ ਬਹੁਤ ਪੜ੍ਹਨਗੇ, ਵਿਚਾਰਨਗੇ। ਸਾਧ ਸੰਗਤ ਜੀ, ਐਸੇ ਐਸੇ ਗੁਰਸਿੱਖਾਂ ਦੇ ਵੀ ਦਰਸ਼ਨ ਹੋਏ ਨੇ, ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੰਠ ਹੋ ਜਾਂਦਾ ਸੀ। ਸਾਡੇ ਕੋਲ ਜਪਜੀ ਸਾਹਿਬ ਨਹੀਂ ਕੰਠ ਹੁੰਦਾ, ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਹੋ ਜਾਣਾ। ਕਿਵੇਂ? ਉਹ ਲਗਾਤਾਰ ਬਾਣੀ ਪੜ੍ਹੀ ਜਾਂਦੇ, ਬਾਣੀ ਦਾ ਰੂਪ ਹੋ ਜਾਂਦੇ। ਮਹਾਰਾਜ ਕਹਿੰਦੇ ਇਹੋ ਜਿਹੇ ਸਾਡੇ ਸਿੱਖ ਹੋਣਗੇ ਜਿਹੜੇ ਸਾਰੀ ਬਾਣੀ ਨੂੰ ਪੜ੍ਹਿਆ ਕਰਨਗੇ, ਵਿਚਾਰਿਆ ਕਰਨਗੇ। ਸੋ ਤਬ ਜਨ ਹੈ ਸਾਰ ਅਸਾਰ ਹੈ। ਮਹਾਰਾਜ ਕਹਿੰਦੇ ਜਿਹੜੇ ਪੁਰਾਣੇ ਅੱਖਰ ਸੀਗੇ ਦੇਵਨਾਗਰੀ ਦੇ, ਸੰਸਕ੍ਰਿਤ ਦੇ, ਵੇਦ ਸ਼ਾਸਤਰ, ਸਿਮਰਤੀਆਂ, ਪੁਰਾਣ, ਉਹਨਾਂ ਨੂੰ ਪੜ੍ਹਨ ਤੇ ਬਹੁਤ ਜ਼ਿਆਦਾ ਸਮਾਂ ਲੱਗਦਾ ਸੀ। ਬਹੁਤ ਜ਼ਿਆਦਾ ਮਿਹਨਤ ਕਰਕੇ 20 ਸਾਲ, 18 ਸਾਲ ਪੜ੍ਹਾਈ ਕਰਕੇ ਫਿਰ ਜਾ ਕੇ ਕਿਤੇ ਵੇਦਾਂ ਦੀ ਸਮਝ ਆਉਣੀ ਸ਼ੁਰੂ ਹੁੰਦੀ ਸੀ। ਫਿਰ ਪਤਾ ਲੱਗਦਾ ਸੀ ਕਿ ਸਾਰ ਕੀ ਹੈ ਤੇ ਅਸਾਰ ਕੀ ਹੈ। ਹਾਂਜੀ, ਤਿਸ ਤਤ ਕੋ ਗੁਰਮੁਖੀ ਮਝਾਰੀ। ਉਸ ਬ੍ਰਹਮ ਗਿਆਨ ਨੂੰ, ਉਸ ਮੱਖਣ ਨੂੰ ਕੱਢ ਕੇ ਅਸੀਂ ਸਿੱਖਾਂ ਨੂੰ ਦੇਣਾ ਤੇ ਗੁਰਮੁਖੀ ਅੱਖਰਾਂ 'ਚ ਦੇਣਾ। ਘੱਟ ਤੋਂ ਘੱਟ ਪੜ੍ਹਿਆ ਬੰਦਾ ਵੀ ਪੜ੍ਹ ਸਕੇ। ਬਹੁਤ ਜ਼ਿਆਦਾ ਔਖਾ ਸੀ ਸਾਧ ਸੰਗਤ ਜੀ ਪਹਿਲਾਂ ਗਿਆਨ ਲੈਣਾ। ਪਹਿਲਾਂ ਬਨਾਰਸ ਜਾਣਾ ਪੈਂਦਾ ਸੀ। ਉਹ ਵੀ ਬ੍ਰਾਹਮਣਾਂ ਦੇ ਮੁੰਡੇ ਜਾਂ ਖੱਤਰੀਆਂ ਦੇ ਮੁੰਡੇ ਪੜ੍ਹ ਸਕਦੇ ਸੀ, ਛੋਟੀਆਂ ਜਾਤਾਂ ਵਾਲੇ ਨਹੀਂ ਸੀ ਪੜ੍ਹ ਸਕਦੇ। ਬ੍ਰਾਹਮਣ ਪੜ੍ਹਾਉਂਦੇ ਨਹੀਂ ਸੀਗੇ। ਮਹਾਰਾਜ ਦੀ ਬਾਣੀ ਸਾਰੀਆਂ ਜਾਤਾਂ ਨੂੰ ਅਧਿਕਾਰ ਦਿੱਤਾ ਹੋਇਆ, ਭਾਵੇਂ ਉਹ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਉਹ ਬ੍ਰਾਹਮਣ ਹੋਵੇ, ਭਾਵੇਂ ਖੱਤਰੀ ਹੋਵੇ, ਭਾਵੇਂ ਵੈਸ ਸ਼ੂਦਰ ਹੋਵੇ, ਕੋਈ ਹੋਵੇ। ਵੇਦਾਂ ਦੇ ਪੜ੍ਹਨ ਦਾ ਅਧਿਕਾਰ ਨਾ ਸ਼ੂਦਰਾਂ ਨੂੰ, ਨਾ ਇਸਤਰੀ ਨੂੰ। ਵੇਦ ਜਿਹੜਾ ਹੈ ਨਾ, ਵੇਦ, ਉਹਨੂੰ ਇਸਤਰੀ ਨਹੀਂ ਪੜ੍ਹ ਸਕਦੀ, ਸ਼ੂਦਰ ਨਹੀਂ ਪੜ੍ਹ ਸਕਦਾ। ਮਹਾਰਾਜ ਕਹਿੰਦੇ ਅਸੀਂ ਉਹ ਵੇਦਾਂ ਦਾ ਡੂੰਘਾ ਗਿਆਨ ਜਿਹੜਾ ਲੁਕਾ ਕੇ ਬੈਠੇ ਨੇ ਪੰਡਿਤ,
ਆਪਣੇ ਸਿੱਖਾਂ ਨੂੰ ਸੌਖੇ ਜਿਹੇ ਸ਼ਬਦਾਂ 'ਚ ਦੇ ਦੇਣਾ। ਇੱਕ ਪੰਕਤੀ ਗੁਰੂ ਗ੍ਰੰਥ ਸਾਹਿਬ ਦੀ ਪੜ੍ਹ ਲਓ, ਸਾਰੇ ਵੇਦ ਸ਼ਾਸਤਰ ਵਿੱਚ ਆ ਜਾਂਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਇੱਕ ਅੱਖਰ ਨਾਲ ਹੀ ਜੀਵ ਦਾ ਕਲਿਆਣ ਹੋ ਜਾਂਦਾ। ਐਸੀ ਬਾਣੀ ਲਿਖਾਂਗੇ ਮਹਾਰਾਜ ਕਹਿੰਦੇ। ਹਾਂਜੀ, ਲਿਖ ਹੈ ਸੋ ਗਮ ਸ਼ਰਧਾ ਔਰ ਧਾਰੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੌਖੇ ਅੱਖਰਾਂ ਵਿੱਚ, ਸੁਗਮ ਅੱਖਰਾਂ ਵਿੱਚ ਬਾਣੀ ਲਿਖ ਦਿਓ। ਸ਼ਰਧਾ ਨਾਲ ਜਿਹੜੇ ਸਿੱਖ ਪੜ੍ਹਨਗੇ ਇਹ ਸੰਸਾਰ ਤੋਂ ਪਾਰ ਲੰਘ ਜਾਣਗੇ, ਮੁਕਤੀ ਹੋ ਜਾਏਗੀ। ਸਾਧ ਸੰਗਤ ਜੀ, ਆਪਾਂ ਜਿੰਨੇ ਵੀ ਬੈਠੇ ਹਾਂ ਆਪਣੀ ਆਤਮਾ ਦਾ ਕਲਿਆਣ ਤਾਂ ਸਾਰੇ ਹੀ ਚਾਹੁੰਦੇ ਹਾਂ, ਸੁੱਖ ਤਾਂ ਸਾਰੇ ਚਾਹੁੰਦੇ ਹਾਂ, ਸ਼ਾਂਤੀ ਤਾਂ ਸਾਰੇ ਹੀ ਚਾਹੁੰਦੇ ਹਾਂ, ਮੁਕਤੀ ਤਾਂ ਸਾਰੇ ਹੀ ਚਾਹੁੰਦੇ ਹਾਂ, ਪਰ ਪਤਾ ਨਹੀਂ ਕਿੱਥੋਂ ਮਿਲਣੀ ਹੈ। ਮਿਲਣੀ ਗੁਰੂ ਕੀ ਬਾਣੀ ਤੋਂ ਹੈ। ਗੁਰਬਾਣੀ ਪੜ੍ਹਨੇ ਨਾਲ, ਗੁਰਬਾਣੀ ਸੁਣਨੇ ਨਾਲ ਆਤਮਾ ਦਾ ਕਲਿਆਣ ਹੋਵੇਗਾ, ਸਭ ਦਾ ਭਲਾ ਹੋਵੇਗਾ, ਸੌਖਾ ਹੀ ਹੋ ਜਾਏਗਾ। ਹਾਂਜੀ, ਸੰਸਕ੍ਰਿਤ ਅਰ ਤੁਰਕਨ ਭਾਸ਼ਾ। ਮਹਾਰਾਜ ਕਹਿੰਦੇ ਸੰਸਕ੍ਰਿਤੀ ਬੜੀ ਔਖੀ, ਬਾਹਮਣਾਂ ਨੇ ਪੰਡਤਾਂ ਨੇ ਉਹਨੂੰ ਦਬਾ ਕੇ ਰੱਖਿਆ। ਹਰ ਇੱਕ ਬੰਦੇ ਨੂੰ ਸਿਖਾਉਂਦੇ ਨਹੀਂ, ਪੜ੍ਹਾਉਂਦੇ ਨਹੀਂ। ਉਧਰੋਂ ਤੁਰਕਾਂ ਦੀ ਭਾਸ਼ਾ, ਮੁਸਲਮਾਨਾਂ ਦੀ ਭਾਸ਼ਾ ਜਿਹੜੀ ਹੈ ਉਰਦੂ, ਫਾਰਸੀ, ਤੁਰਕੀ, ਅਰਬੀ, ਉਹ ਵੀ ਔਖੀ ਹੈ। ਉਹ ਵੀ ਪੰਜਾਬੀ ਬੰਦੇ ਨਹੀਂ ਸਿੱਖ ਸਕਦੇ, ਸੰਸਕ੍ਰਿਤ ਵੀ ਨਹੀਂ ਸਿੱਖ ਸਕਦੇ ਛੇਤੀ ਕੀਤਿਆਂ, ਅਰਬੀ ਫਾਰਸੀ ਵੀ ਛੇਤੀ ਕੀਤਿਆਂ ਨਹੀਂ ਸਮਝ ਆਉਂਦੀ। ਹਾਂਜੀ, ਇਸ ਮਹਿ ਲਿਖ ਲੈ ਹੈ ਬੁੱਧ ਰਾਸਾ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਕੀ ਬਾਣੀ ਜਿਹੜੀ ਗੁਰਮੁਖੀ ਅੱਖਰਾਂ 'ਚ ਹੋਵੇਗੀ, ਸਾਰੇ ਹੀ ਪੜ੍ਹ ਲੈਣਗੇ, ਸਾਰੇ ਹੀ ਲਿਖ ਲੈਣਗੇ, ਸਾਰੇ ਹੀ ਸਿੱਖ ਲੈਣਗੇ। ਸਭ ਉੱਪਰ ਪਸਰ ਹੈ ਇਹ ਧਾਈ। ਇਹ ਗੁਰਬਾਣੀ ਸਾਰੇ ਪਾਸੇ ਪਸਰ ਜੇਗੀ, ਸਾਰੇ ਨੂੰ ਪੜ੍ਹਨਗੇ, ਸਾਰੇ ਨੂੰ ਮੰਨਣਗੇ। ਸਾਧ ਸੰਗਤ ਜੀ, ਭਾਵੇਂ ਬਨਾਰਸ ਦੇ ਵਿੱਚ ਹਿੰਦੂ ਧਰਮ ਦੀ ਵਿੱਦਿਆ ਦਾ ਬਹੁਤ ਵੱਡਾ ਕੇਂਦਰ ਹੈ, ਉੱਥੇ ਬਨਾਰਸ ਦੇ ਵਿੱਚ ਉਹਨਾਂ ਦੀ ਯੂਨੀਵਰਸਿਟੀ ਵੀ ਹੈ, ਪਰ 40 ਥਾਂ ਐਸੀਆਂ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ। ਅਜੇ ਵੀ 40 ਥਾਂ ਨੇ ਉੱਥੇ, ਅਜੇ ਵੀ ਸੰਤਾਂ ਮਹਾਂਪੁਰਸ਼ਾਂ ਦੇ ਡੇਰੇ ਨੇ। ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ 'ਚ ਲਿਖਿਆ, ਪੜ੍ਹ ਕੇ ਦੇਖ ਲੈਣ। ਗੁਰੂ ਤੇਗ ਬਹਾਦਰ ਸਾਹਿਬ ਵੀ ਉੱਥੇ ਗਏ, ਮਹਾਰਾਜ ਨੌਵੀਂ ਪਾਤਸ਼ਾਹੀ, ਪਹਿਲੇ ਪਾਤਸ਼ਾਹ ਵੀ ਉੱਥੇ ਗਏ, ਗੁਰੂ ਨਾਨਕ ਦੇਵ ਜੀ, ਦੋਵਾਂ ਗੁਰੂ ਪਾਤਸ਼ਾਹ ਦੇ ਗੁਰਦੁਆਰੇ ਨੇੜੇ ਨੇੜੇ ਹੀ ਨੇ। ਤੇ ਸੰਤਾਂ ਮਹਾਤਮਾ ਡੇਰਿਆਂ ਵਿੱਚ ਰਹਿ ਕੇ ਪੰਡਿਤ ਗੁਲਾਬ ਸਿੰਘ ਜੀ ਵਰਗਿਆਂ ਨੇ ਉੱਥੇ ਵਿੱਦਿਆ ਦਾ ਪ੍ਰਚਾਰ ਕੀਤਾ, ਵਿੱਦਿਆ ਪੜ੍ਹੀ ਵੀ ਉੱਥੇ। ਤੇ ਭਾਈ ਗੁਰਦਾਸ ਜੀ ਵੀ ਉੱਥੇ ਚੇਤਨ ਮੱਠ ਸਥਾਨ ਬਣਿਆ ਉਹਨਾਂ ਦਾ। ਉਹ ਵਿਚਾਰ ਮਹਾਰਾਜ ਕਹਿੰਦੇ ਇਹ ਬਾਣੀ ਇੰਨੀ ਸੌਖੀ ਹੋਵੇਗੀ, ਪੰਜਾਬ ਦੇ ਲੋਕ ਤਾਂ ਪੜ੍ਹਨਗੇ ਹੀ, ਦੂਜੇ ਦੇਸ਼ਾਂ ਦੇ ਵੀ ਪੜ੍ਹਨਗੇ, ਉਹ ਵੀ ਉੱਥੇ ਵੀ ਪਸਰ ਜੇਗੀ, ਸਾਰੀ ਦੁਨੀਆ ਦੇ ਪਸਰ ਜੇਗੀ, ਸਭ ਨੂੰ ਚੰਗੀ ਲੱਗੇਗੀ। ਹਾਂਜੀ, ਜਿਵੇਂ ਜਲ ਪਰਸੋ ਚਿਕਨਤਾ ਪਾਈ। ਜਿਵੇਂ ਪਾਣੀ ਦੇ ਉੱਤੇ ਚਿਕਨਾਪਣ ਆਪੇ ਹੀ ਤਰਨ ਲੱਗ ਜਾਂਦਾ ਹੈ, ਘਿਓ ਨੂੰ ਪਾਣੀ ਦੇ ਉੱਤੇ ਛੱਡੋ ਤੇ ਉੱਪਰ ਤਰ ਜਾਂਦਾ, ਤਿਲਬਲਾ ਜਿਹਾ ਹੋ ਜਾਂਦਾ, ਤਿਲਬਲਾ ਜਿਹਾ। ਇੱਦਾਂ ਜਿਵੇਂ ਚਿਕਨਤਾਈ ਜਿਹੜੀ ਹੈ ਪਾਣੀ ਦੇ ਉੱਤੇ ਤਰਦੀ ਹੈ, ਗੁਰਬਾਣੀ ਸਾਰੇ ਸੰਸਾਰ ਦੇ ਉੱਤੇ ਪਸਰ ਜਾਏਗੀ। ਹਾਂਜੀ, ਕਿਰਤ ਕਰਤ ਗ੍ਰਸਤੀ ਮਤ ਥੋਰੀ। ਜਿਹੜੇ ਵਿਚਾਰੇ ਗ੍ਰਸਤੀ ਬੰਦੇ ਸਾਰਾ ਦਿਨ ਕੰਮਕਾਰ ਕਰਨ ਵਾਲੇ, ਬੱਚੇ ਪਾਲਣ, ਰੋਟੀ ਕਮਾਉਣ ਵਾਸਤੇ, ਉਹ ਵਿਚਾਰੇ ਕਿੱਥੋਂ ਸੰਸਕ੍ਰਿਤ ਪੜ੍ਹਨਗੇ? ਉਹਨਾਂ ਨੂੰ ਸੰਸਕ੍ਰਿਤ ਪੜ੍ਹਨੀ ਔਖੀ ਹੈ। ਹਾਂਜੀ, ਸੋ ਗਮ ਪਟ ਹੈ ਵਿਦਿਆ ਜਨ ਲੋਰੀ। ਮਹਾਰਾਜ ਕਹਿੰਦੇ ਅਸੀਂ ਐਸੀ ਬਾਣੀ ਬਣਾਵਾਂਗੇ, ਬਾਣੀ ਲਿਖਾਂਗੇ, ਉਹ ਬੰਦੇ ਜਿਹੜੇ ਵਿਚਾਰੇ ਥੋੜ੍ਹਾ ਟਾਈਮ ਕੱਢ ਸਕਦੇ ਨੇ ਉਹ ਵੀ ਪੜ੍ਹ ਲੈਣਗੇ। ਇੱਕ ਬੁੱਧੀ ਘੱਟ, ਇੱਕ ਟਾਈਮ ਘੱਟ ਹੈ। ਇੱਕ ਹਰ ਇੱਕ ਬੰਦੇ ਕੋਲ ਇੰਨੀ ਬੁੱਧੀ ਨਹੀਂ ਵੀ ਉਹ ਸੰਸਕ੍ਰਿਤ ਦੇ ਔਖੇ ਔਖੇ ਗ੍ਰੰਥ ਪੜ੍ਹੇ। ਫਿਰ ਇੰਨਾ ਟਾਈਮ ਕਿਸੇ ਕੋਲ ਨਹੀਂ ਵੀ ਘਰ ਛੱਡ ਕੇ ਬਨਾਰਸ ਪੜ੍ਹਨ ਜਾਵੇ। ਐਸੀ ਬਾਣੀ ਬਣਾਵਾਂਗੇ, ਘਰ ਬੈਠੇ ਹੀ ਸਿੱਖ ਪੜ੍ਹ ਲੈਣਗੇ, ਮੁਕਤੀ ਵੀ ਪਾ ਲੈਣਗੇ, ਬ੍ਰਹਮ ਗਿਆਨ ਵੀ ਹੋ ਜਾਏਗਾ। ਹਾਂਜੀ, ਪ੍ਰਗਟ ਹੈ ਗਾਡੀ ਰਾਹੋ ਵਿਸਾਲਾ। ਮਹਾਰਾਜ ਕਹਿੰਦੇ ਗੱਡੀ ਰਾਹੋ ਚਲਾ ਦਿਆਂਗੇ, ਗਾਡੀ ਰਾਹੋ। ਗਾਡੀ ਰਾਹੋ ਕੀ ਹੁੰਦਾ? ਅੱਜ ਕੱਲ੍ਹ ਦੀ ਐਗਜ਼ੈਂਪਲ ਦਿਆਂ, ਫਿਰ ਤੁਹਾਨੂੰ ਪੁਰਾਣੀ ਗੱਲ ਸਮਝ ਆਏਗੀ। ਜਿਹੜੀ ਰੇਲ ਹੁੰਦੀ ਹੈ, ਰੇਲ ਆਪਣੀ ਟ੍ਰੇਨ, ਉਹ ਦੋ ਪਟੜੀਆਂ ਦੇ ਵਿੱਚ ਚੱਲਦੀ ਹੈ, ਉਹਨੂੰ ਗਾਡੀ ਰਾਹੋ ਕਹਿੰਦੇ ਆ। ਉਹ ਦੋਵੇਂ ਪਾਸੇ ਜਿਹੜਾ ਪਹੀਆ ਨਾ ਉਹਦੇ ਰੇਲਵੇ ਲਾਈਨ ਦੇ ਅੰਦਰ ਨੂੰ ਮੁੜਿਆ ਹੁੰਦਾ, ਤੇ ਗੱਡੀ ਉਹਦੇ ਵਿੱਚ ਹੀ ਚੱਲਦੀ ਹੈ, ਇੱਧਰ ਉੱਧਰ ਤਾਂ ਨਹੀਂ ਜਾਂਦੀ, ਵਿੱਚ ਚੱਲਦੀ ਹੈ। ਹੁਣ ਤੁਸੀਂ ਕਹੋਗੇ ਵੀ ਗੁਰੂ ਸਾਹਿਬ ਦੇ ਟਾਈਮ ਤੇ ਗੱਡੀ ਕਿਵੇਂ ਸੀਗੀ? ਉਦੋਂ ਵੀ ਸੀ,
ਬਜ਼ੁਰਗਾਂ ਨੂੰ ਪਤਾ। ਪਹਿਲਾਂ ਗੱਡੇ ਹੁੰਦੇ ਸੀ ਨਾ ਆਪਣੇ ਪਿੰਡਾਂ 'ਚ, ਤੇ ਉਹਨਾਂ ਗੱਡਿਆਂ ਵਾਸਤੇ ਕੱਚੀਆਂ ਗੋਰਾਂ, ਗੋਰ ਕਹਿੰਦੇ ਸੀ ਪੰਜਾਬੀ, ਛੋਟੀ ਬੀਹੀ ਜਾਂ ਕਹਿ ਲਓ, ਕੱਚੇ ਰਸਤੇ ਹੁੰਦੇ ਸੀ। ਉਹਨਾਂ ਕੱਚਿਆਂ ਰਸਤਿਆਂ ਦੇ ਵਿੱਚ ਉਹਨਾਂ ਗੱਡਿਆਂ ਦੇ ਚੱਲਣ ਨਾਲ ਡੂੰਘ ਜਿਹੇ ਪਏ ਹੁੰਦੇ ਸੀਗੇ। ਉਹਨਾਂ ਡੂੰਘਾਂ ਦੇ ਵਿੱਚ ਕੀ ਕਰਦੇ ਸੀ ਲੋਕ ਜਿਹੜੇ, ਉਹ ਘਾਹ ਘੂ ਵੱਢ ਕੇ ਸੁੱਟ ਛੱਡਦੇ ਸੀ ਤਾਂ ਕਿ ਗੱਡਾ ਧੱਸ ਨਾ ਜਾਵੇ ਥੱਲੇ। ਉਹਦੇ ਵਿੱਚ ਗੱਡਾ ਤੁਰੀ ਜਾਂਦਾ ਸੀ ਬੜੇ ਆਰਾਮ ਨਾਲ। ਜੇ ਅਗਾਂ ਪਿਛਾ ਹੁੰਦਾ ਸੀ ਗੱਡਾ ਉਲਟਣ ਦਾ ਡਰ ਹੁੰਦਾ ਸੀ, ਉਹਦੇ ਵਿੱਚ ਤੁਰ, ਉਹਨੂੰ ਕਹਿੰਦੇ ਗਾਡੀ ਰਾਓ। ਅੱਜ ਕੱਲ੍ਹ ਰੇਲ ਉਸ ਸਿਸਟਮ ਤੇ ਅੰਗਰੇਜ਼ਾਂ ਨੇ ਬਣਾਈ ਹੈ। ਅਸਲ ਵਿੱਚ ਵਿੱਦਿਆ ਤੇ ਸਾਰੀ ਉੱਧਰੋਂ ਹੀ ਆਈ ਹੈ, ਇਹਨਾਂ ਨੇ ਡਿਵੈਲਪ ਕਰ ਲਈ ਹੋਰ ਤਰੀਕੇ ਨਾਲ। ਪਰ ਇਹ ਜਿਹੜਾ ਗੱਡੀ ਰਾਹ ਹੈ ਬੜੀ ਪੁਰਾਣਾ, ਹਜ਼ਾਰਾਂ ਸਾਲਾਂ ਤੋਂ ਹੈ। ਉਹਦਾ ਮਤਲਬ ਹੁੰਦਾ ਵੀ ਲੀਹ ਬਣੀ ਹੋਈ ਹੈ, ਲੀਹ ਦੇ ਵਿੱਚ ਗੱਡੀ ਤੁਰੀ ਜਾਂਦੀ ਹੈ। ਜਿਵੇਂ ਪਿਛਲਾ ਗੱਡਾ ਤੁਰਿਆ, ਉਦੋਂ ਪਿੱਛੇ ਹੋਰ ਗੱਡਾ ਤੁਰਦਾ, ਉਦੋਂ ਪਿੱਛੇ ਜਿਹੜਾ ਆਏਗਾ ਉਹ ਵੀ ਉੱਥੇ ਲੰਘੇਗਾ। ਜਿਵੇਂ ਸਾਡੇ ਦਾਦਾ ਜੀ ਬਾਣੀ ਪੜ੍ਹਦੇ ਸੀ, ਉੱਦਾਂ ਹੀ ਸਾਡੇ ਪਿਤਾ ਜੀ ਪੜ੍ਹਦੇ ਸੀ, ਹੁਣ ਅਸੀਂ ਪੜ੍ਹਦੇ ਹਾਂ, ਗਾਂ ਸਾਡੇ ਪੁੱਤ ਪੋਤੇ ਵੀ ਉੱਦਾਂ ਹੀ ਪੜ੍ਹਨਗੇ। ਇਹਨੂੰ ਕਹਿੰਦੇ ਗਾਡੀ ਰਾਹ। ਗੁਰੂ ਅਰਜਨ ਸਾਹਿਬ ਕਹਿੰਦੇ ਸੰਪਰਦਾ ਚੱਲੇਗੀ, ਗੱਡੀ ਰਾਹ ਚੱਲੇਗੀ। ਮੇਰੇ ਸਿੱਖ ਗਾਂ ਦੀ ਗਾਂ ਬਾਣੀ ਪੜ੍ਹਾਈ ਜਾਣਗੇ, ਗਾਂ ਪੁੱਤਾਂ ਪੋਤਿਆਂ ਪੜੋਤਿਆਂ ਨੂੰ ਬਾਣੀ ਪੜ੍ਹਾਈ ਜਾਣਗੇ, ਗਾਂ ਦੀ ਗਾਂ ਚੱਲੀ ਜਾਏਗੀ, ਲੀਹਾਂ ਚੱਲ ਜਾਣਗੀਆਂ, ਇਹ ਲੀਹ ਚੱਲਦੀ ਰਹੇਗੀ। ਹਾਂਜੀ, ਚਲ ਹੈ ਜੋ ਨਹਿ ਭੁੱਲ ਹੈ ਕਿਸ ਕਾਲਾ। ਤੇ ਜਿਹੜਾ ਇਸ ਗੱਡੀ ਦੇ ਲੀਹ ਤੇ ਚੱਲੇਗਾ ਨਾ, ਵਿਚਕਾਰ ਚੱਲੇਗਾ, ਉਹ ਭੁੱਲੇਗਾ ਨਹੀਂ। ਉਹ ਗੱਡੀ ਵਿੱਚ ਲੀਹ ਦੇ ਪੈ ਗਈ, ਹੁਣ ਜਿੱਧਰ ਲੀਹ ਨੇ ਜਾਣਾ ਉੱਧਰ ਹੀ ਤੁਰੀ ਜਾਣਾ। ਗੁਰਬਾਣੀ ਦੀ ਜਿਹੜੀ ਲੀਹ ਹੈ ਇਹ ਗੁਰੂ ਸਾਹਿਬ ਨੇ ਚਲਾਈ ਹੈ। ਜਿਹੜਾ ਇਹਦੇ ਵਿੱਚ ਚੱਲੇਗਾ, ਗੁਰਬਾਣੀ ਤੇ ਨਿਸ਼ਚਾ ਰੱਖੇਗਾ, ਉਹ ਭੁੱਲੇਗਾ ਨਹੀਂ, ਭਟਕੇਗਾ ਨਹੀਂ, ਇੱਧਰ ਉੱਧਰ ਪਰੇਸ਼ਾਨ ਨਹੀਂ ਹੋਵੇਗਾ। ਹਾਂਜੀ, ਲਿਖੋ ਗੁਰਮੁਖੀ ਅੱਖਰ ਜਾਂ ਤੇ। ਇਸ ਕਰਕੇ ਭਾਈ ਗੁਰਦਾਸ ਜੀ ਤੁਸੀਂ ਗੁਰਮੁਖੀ ਅੱਖਰਾਂ 'ਚ ਬਾਣੀ ਲਿਖੋ। ਹਾਂਜੀ, ਸਗਲ ਜਗਤ ਮੈਂ ਹੋਏ ਬਖਿਆਤੇ। ਸਾਰੇ ਜਗਤ ਵਿੱਚ ਪ੍ਰਗਟ ਹੋਵੇ, ਸਾਰੀ ਦੁਨੀਆ ਗੁਰਬਾਣੀ ਪੜ੍ਹੇ। ਹਾਂਜੀ, ਸ਼ਰਧਾਵੰਤੇ ਪਠੈ ਸੁਖੈਨ। ਸ਼ਰਧਾਵਾਨ ਸਿੱਖ ਸੌਖਾ ਹੀ ਪੜ੍ਹ ਲੈਣ। ਇਹੋ ਜਿਹਾ ਮਹਾਰਾਜ ਦਾ ਗ੍ਰੰਥ ਬਣੇ, ਹਰ ਬੰਦਾ ਪੜ੍ਹ ਸਕੇ, ਹਰ ਬੰਦੇ ਨੂੰ ਸਮਝ ਆ ਸਕੇ। ਹਾਂਜੀ, ਜਨ ਹੈ ਹਰ ਸਿਮਰਨ ਗਤ ਦੈਨ। ਇਹ ਸਮਝ ਲੈਣ, ਬਾਣੀ ਪੜ੍ਹ ਕੇ ਸਮਝ ਆਵੇ ਲੋਕਾਂ ਨੂੰ ਵੀ ਪ੍ਰਮਾਤਮਾ ਦੇ ਨਾਮ ਨਾਲ ਮੁਕਤੀ ਹੋਣੀ ਹੈ, ਇਹ ਦ੍ਰਿੜ ਹੋ ਜਾਵੇ। ਤੁਸੀਂ ਬਾਰ-ਬਾਰ ਗੁਰਬਾਣੀ ਪੜ੍ਹੋ ਤੇ ਫਿਰ ਬਾਰ-ਬਾਰ ਨਾਮ ਜਪਣ ਨੂੰ ਵੀ ਜੀ ਕਰਦਾ, ਕਿਉਂਕਿ ਹਰ ਪੰਕਤੀ 'ਚ ਨਾਮ ਦੀ ਮਹਿਮਾ ਆਉਂਦੀ ਹੈ। ਹਾਂਜੀ, ਇਨ ਕੀ ਮਹਿਮਾ ਮਹਾ ਭੇਰਾਮੂ। ਮਹਾਰਾਜ ਕਹਿੰਦੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੜੀ ਮਹਿਮਾ, ਗੁਰਮੁਖੀ ਅੱਖਰਾਂ ਦੀ ਬੜੀ ਮਹਿਮਾ, ਕਿਉਂਕਿ ਇਹ ਗੁਰੂ ਦੇ ਮੁਖ ਤੋਂ ਨਿਕਲੇ ਨਾ ਅੱਖਰ, 35 ਅੱਖਰ। ਬ੍ਰਹਮ ਗਿਆਨੀ ਬਾਬਾ ਮੇਤ ਸਿੰਘ ਜੀ ਨਿਹੰਗ ਸਿੰਘ ਔਰ ਬਾਬਾ ਬਿਸ਼ਨ ਸਿੰਘ ਜੀ ਨਿਹੰਗ ਸਿੰਘ, ਬਾਬੇ ਬਕਾਲੇ ਵਾਲੇ, ਉਹਨਾਂ ਦੇ ਮਹਾਂਪੁਰਸ਼ਾਂ ਦੇ, ਪੁਰਾਤਨ ਸਿੰਘਾਂ ਦੇ ਬਚਨ ਸੁਣੇ ਆ। ਇਹ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ 35 ਅੱਖਰ ਪੜ੍ਹਿਆ ਕਰਦੇ। ਬਾਬਾ ਮੇਤ ਸਿੰਘ ਹਜ਼ੂਰ ਸਾਹਿਬ ਰਹਿਣਾ ਗੋਦਾਵਰੀ ਤੇ ਮਾਤਾ ਜੀ ਦੇ ਸਥਾਨ ਤੇ, ਇਸ਼ਨਾਨ ਕਰਨਾ ਗੋਦਾਵਰੀ ਤੇ 1 ਵਜੇ ਅੰਮ੍ਰਿਤ ਵੇਲੇ। ਸਭ ਤੋਂ ਪਹਿਲਾਂ ਉਹਨਾਂ ਨੇ ਊੜਾ ਐੜਾ 35 ਅੱਖਰ, ਫਿਰ ਉਹਨਾਂ ਨੇ ਗੁਰੂ ਮੰਤਰ ਦਾ ਜਾਪ, ਫਿਰ ਮੂਲ ਮੰਤਰ, ਫਿਰ 5 ਬਾਣੀਆਂ ਦਾ ਨਿਤਨੇਮ, ਫਿਰ ਹੋਰ ਬਾਣੀ ਪੜ੍ਹਨੀ, ਫਿਰ ਸਿੰਘਾਂ ਨੂੰ ਵਿੱਦਿਆ ਪੜ੍ਹਾਉਣੀ ਸਾਰਾ ਦਿਨ। ਤੇ ਸ਼ੰਕਾਵਾਦੀ ਸਿੱਖਾਂ ਨੇ ਪੁੱਛ ਹੀ ਲੈਣਾ, ਬਾਬਾ ਜੀ ਤੁਹਾਨੂੰ ਕੀ ਲੋੜ ਹੈ ਰੋਜ਼ ਊੜਾ ਐੜਾ ਸਵੇਰੇ ਸਵੇਰੇ ਪੜ੍ਹਦੇ? ਊੜਾ ਐੜਾ ਤਾਂ ਪਹਿਲਾਂ ਬੱਚੇ ਪੜ੍ਹਦੇ ਹੁੰਦੇ ਆ, ਫਿਰ ਤਾਂ ਨਹੀਂ ਕੋਈ ਪੜ੍ਹਦਾ, ਤੇ ਤੁਸੀਂ ਰੋਜ਼ ਪੜ੍ਹਦੇ ਹੋ। ਮਹਾਂਪੁਰਸ਼ਾਂ ਨੇ ਕਹਿਣਾ, ਭਾਈ ਇਹ ਆਮ ਬੋਲੀਆਂ ਨਹੀਂ, ਆਮ ਅੱਖਰ ਨਹੀਂ, ਇਹ ਗੁਰਮੁਖੀ ਹਨ, ਸਤਿਗੁਰੂ ਦੇ ਮੁਖ ਤੋਂ ਨਿਕਲੇ ਹੋਏ ਨੇ। ਇਹਨਾਂ 35 ਅੱਖਰਾਂ 'ਚ ਸਾਨੂੰ ਸਾਰੀ ਗੁਰੂ ਸਾਹਿਬ ਦੀ ਬਾਣੀ ਦੇ ਦਰਸ਼ਨ ਹੋ ਜਾਂਦੇ। ਹੁਣ ਸਾਰੀ ਬਾਣੀ ਨਾ ਅੱਖਰਾਂ 'ਚ ਲਿਖੀ 35 ਵਿੱਚ, ਇਹ 35 ਅੱਖਰ ਹੀ ਮਿਲਣਗੇ ਮੁੜ ਮੁੜ ਕੇ। ਮਹਾਰਾਜ ਕਹਿੰਦੇ ਇਹਨਾਂ ਅੱਖਰਾਂ ਦੀ ਬੜੀ ਮਹਿਮਾ ਹੈ ਭਾਈ ਸਾਹਿਬ ਜੀ। ਬਿਦਤ ਹੈ ਜਗ ਗੁਰਮੁਖੀ ਸੋ ਨਾਮ। ਇਹ ਜਗਤ ਵਿੱਚ ਗੁਰਮੁਖੀ ਕਰਕੇ ਪਸਰੇਗੀ। ਬੜਾ ਪ੍ਰਸਿੱਧ ਨਾਮ ਇਹਦਾ ਹੋਏਗਾ ਗੁਰਮੁਖੀ। ਬੋਲੀ ਪੰਜਾਬੀ, ਪਰ ਅੱਜ ਕੱਲ੍ਹ ਆਪਾਂ ਕਹਿੰਦੇ ਮੈਂ ਪੰਜਾਬੀ ਪੜ੍ਹਿਆ, ਮਾਫ਼ ਕਰਨਾ, ਸਕੂਲਾਂ 'ਚ ਪੰਜਾਬੀ ਪੜ੍ਹਾਈ ਜਾਂਦੀ, ਗੁਰਮੁਖੀ ਨਹੀਂ ਪੜ੍ਹਾਈ ਜਾਂਦੀ। ਕਈ ਵਾਰੀ ਸਾਡੇ ਕੋਲ ਪੰਜਾਬੀ ਦੀ MA ਕੀਤੀ ਹੁੰਦੀ ਹੈ, ਕਈਆਂ ਨੇ PhD ਵੀ ਕੀਤੀ ਆਉਂਦੇ ਸਿੰਘ। ਉਹਨਾਂ ਨੂੰ ਜਦੋਂ ਆਖੀਦਾ ਵੀ ਭਾਈ ਗੁਰਮੁਖੋ ਊੜਾ ਐੜਾ ਸੁਣਾਓ,
ਇੱਕ ਦੋ ਲੈਣਾ ਵੀ ਨਹੀਂ ਸੁਣਾ ਸਕਦੇ। ਹੋਰ ਤਾਂ ਚਲੋ ਕਰ ਲੈਣਗੇ, ਗੰਗਾ ਜੰਝਾਂ ਇੱਥੇ ਆ ਕੇ ਹੋਰ ਹੀ ਕੁਝ ਬੋਲੀ ਜਾਂਦੇ ਆ। ਗੰਗੇ ਨੂੰ ਅੰਗਾ ਹੀ ਕਹਿ ਛੱਡਦੇ ਆ, ਜੰਝੇ ਵੇਲੇ ਚੁੱਪ ਹੀ ਕਰ ਜਾਂਦੇ ਆ, ਅਣਾਣੇ ਨੂੰ ਨਾਣਾ ਕਹਿ ਦਿੰਦੇ ਆ, ਅਡਾੜੇ ਨੂੰ ਰਾੜਾ ਕਹਿ ਦਿੰਦੇ ਆ। ਕਿਉਂਕਿ ਉਚਾਰਨ ਜਿਹੜਾ ਹੈ ਉਹ ਗੁਰਮੁਖੀ ਦੇ ਤਰੀਕੇ ਨਾਲ ਨਹੀਂ ਕੀਤਾ। ਉਹ ਕੀਤਾ ਆਪਾਂ ਸਕੂਲ ਮਾਸਟਰਾਂ ਨੇ, ਮਾਸਟਰਾਣੀਆਂ ਨਾਲੇ ਸਵੈਟਰ ਬੁਣਦੀਆਂ ਰਹਿੰਦੀਆਂ ਸੀ ਤੇ ਨਾਲੇ ਊੜਾ ਪੜ੍ਹਾਉਂਦੀਆਂ ਰਹਿੰਦੀਆਂ ਸੀ। ਆਹ ਸਾਡਾ ਕੰਮ ਸੀ ਸਕੂਲਾਂ ਦਾ, ਨਾਲੇ ਸਵੈਟਰ ਬੁਣੀ ਜਾਣਾ ਤੇ ਨਾਲੇ ਉਹ ਬੱਚਿਆਂ ਨੂੰ ਮਾੜਾ ਮੋਟਾ ਪੜ੍ਹਾ ਤਾਂ ਯਾਦ ਕਿਹਨੇ ਰੱਖਿਆ। ਤੇ ਨਾ ਕਿਸੇ ਨੇ, ਜਿਹੜੀ ਗੁਰਮੁਖੀ ਹੈ ਇਹਦਾ ਤਰੀਕਾ ਸੰਪਰਦਾਵਾਂ ਵਿੱਚ, ਟਕਸਾਲਾਂ ਵਿੱਚ ਬੜਾ ਵਿਸ਼ੇਸ਼ ਤੌਰ ਤੇ ਅੱਖਰ ਦਾ ਉਚਾਰਨ ਕਿਵੇਂ ਕਰਨਾ, ਜੇ ਉਹ ਕਰ ਲਿਆ ਤਾਂ ਗੁਰਬਾਣੀ ਸੌਖੀ ਪੜ੍ਹਾਂਗੇ। ਜੇ ਉਹ ਨਹੀਂ ਕੀਤਾ ਤੇ ਗੁਰਬਾਣੀ ਹੁਣ ਸਕੂਲਾਂ 'ਚ ਪੜ੍ਹਾਇਆ ਜਾਂਦਾ ਨੰਗਾ ਖਾਲੀ, ਜੰਝਾਂ ਖਾਲੀ, ਅਣਾਣਾ ਖਾਲੀ, ਅੜਾੜਾ ਖਾਲੀ, ਇਹ 4-5 ਅੱਖਰ ਖਾਲੀ ਕਰ ਦਿੰਦੇ ਆ। ਗੁਰੂ ਗ੍ਰੰਥ ਸਾਹਿਬ 'ਚ ਪੜ੍ਹ ਕੇ ਦੇਖੋ ਕੋਈ ਖਾਲੀ ਨਹੀਂ। ਜਿੱਥੇ ਵਾਰੀ ਆਈ ਗੰਗੇ ਦੀ, ਮਹਾਰਾਜ ਕਹਿੰਦੇ ਗੰਗਾ ਗਿਆਨ ਨਹੀਂ ਮੁਖ ਬਾਤੋ, ਤੇ ਜਿੱਥੇ ਆਈ ਜੰਝੇ ਦੀ, ਮਹਾਰਾਜ ਕਹਿੰਦੇ ਜੰਝਾਂ ਜਾਣੋ ਦ੍ਰਿੜ ਸਹੀ ਬਿਨ ਸੁਜਾਤ ਇਹ ਹੇਤ। ਜਿੱਥੇ ਨਾਣੇ ਦੀ ਵਾਰੀ ਆਈ, ਮਹਾਰਾਜ ਕਹਿੰਦੇ ਨਾਣਾ ਰਬਤ ਰਹੋ। ਜੇ ਆਈ ਰਾੜੇ ਦੀ, ਰਾੜਾ ਰਾੜ ਕਰੋ ਕਿਆ ਪ੍ਰਾਣੀ। ਸੱਚੇ ਪਾਤਸ਼ਾਹ ਨੇ ਸਾਰੇ ਅੱਖਰ ਲਿਖੇ। ਇਸ ਕਰਕੇ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਖਾਲੀ ਨਹੀਂ ਕਹਿ ਸਕਦੇ ਵੀ ਅੱਖਰ ਖਾਲੀ ਜਾਏਗਾ, ਖਾਲੀ ਜਾਣ ਨਹੀਂ ਦਿੱਤਾ ਮਹਾਰਾਜ ਨੇ। ਸੋ ਗੁਰਮੁਖੀ ਅੱਖਰ ਹੋਣਗੇ 35, ਉਹਨਾਂ ਦਾ ਬੜਾ ਪ੍ਰਚਾਰ ਹੋਵੇਗਾ। ਗੁਰੂ ਕੇ ਸਿੱਖ ਪੜ੍ਹਿਆ ਕਰਨਗੇ। ਹਾਂਜੀ, ਦੇਖ ਹੈ ਪਠ ਹੈ ਲਿਖ ਹੈ ਸਨਮਨ ਹੈ। ਜਿਹੜੇ ਸਿੱਖ ਬਾਣੀ ਦੇ ਨਾ 35 ਅੱਖਰਾਂ ਦੇ ਦਰਸ਼ਨ ਕਰਨਗੇ, ਇਹਨਾਂ ਨੂੰ ਲਿਖਣਗੇ ਬਾਰ-ਬਾਰ, ਇਹਨਾਂ ਦਾ ਉਚਾਰਨ ਕਰਨਗੇ ਔਰ ਇਹਨਾਂ ਦਾ ਸਨਮਾਨ ਕਰਨਗੇ। ਹੁਣ ਤੇ ਅਖਬਾਰਾਂ ਵਾਲਿਆਂ ਨੇ, ਮੈਗਜ਼ੀਨਾਂ ਵਾਲਿਆਂ ਨੇ, ਪ੍ਰਿੰਟ ਮੀਡੀਆ ਤੇ ਪਤਾ ਨਹੀਂ ਕੀ ਕੁਝ ਕਰ ਕਰਕੇ ਗੁਰਮੁਖੀ ਅੱਖਰਾਂ ਦੀ ਉਹ ਨਿਰਾਦਰੀ ਕੀਤੀ। ਇਸ਼ਤਿਹਾਰਾਂ ਵਿੱਚ ਛਾਪ ਕੇ ਗੁਰਬਾਣੀ ਦੀਆਂ ਪੰਕਤੀਆਂ ਪੈਰਾਂ 'ਚ ਰੁਲਦੀਆਂ ਹੁੰਦੀਆਂ। ਜਿੱਥੇ ਜੋੜੇ ਪਏ ਹੁੰਦੇ ਉੱਥੇ ਗੁਰਮੁਖੀ ਤੇ ਗੁਰਬਾਣੀ ਦੇ ਅੱਖਰ ਪਏ ਹੁੰਦੇ। ਪਰ ਪੁਰਾਤਨ ਸਿੰਘ ਇੱਥੋਂ ਤੱਕ ਰਹਿਤਨਾਮੇ 'ਚ ਲਿਖਿਆ ਵੀ ਗੁਰਮੁਖੀ ਅੱਖਰਾਂ ਦੀਆਂ ਪੁੜੀਆਂ ਵੀ ਨਾ ਬਣਾਵੇ। ਜਿਵੇਂ ਉਹ ਅਖਬਾਰ ਦੀਆਂ ਪੁੜੀਆਂ ਨਹੀਂ ਬਣਾ ਲੈਂਦੇ, ਦਵਾਈਆਂ ਪਾ ਲੈਂਦੇ, ਜਾਂ ਹੋਰ ਕੋਈ ਪਹਿਲਾਂ ਪਿੰਡਾਂ ਦੇ ਵਿੱਚ ਦੁਕਾਨ ਤੋਂ ਸੌਦਾ ਲੈਣ ਜਾਣਾ ਨਾ, ਰੁਪਈਏ ਧੇਲੀ ਦਾ ਸੌਦਾ, ਤੇ ਉਹਨਾਂ ਨੇ ਕੀ ਕਰਨਾ, ਪੁੜੀ 'ਚ ਪਾ ਦਿੰਦੇ ਹੁੰਦੇ ਸੀ ਹਲਦੀ ਲੂਣ। ਆਪਾਂ ਪਿੰਡਾਂ 'ਚ ਦੇਖਦੇ ਰਹੇ। ਉੱਦਾਂ ਪੁੜੀਆਂ ਨਾ ਬੰਨੇ, ਗੁਰਮੁਖੀ ਅੱਖਰ ਲਿਖੇ ਹੋਣ। ਤਾਂ ਇੱਥੋਂ ਤੱਕ ਲਿਖਿਆ ਹੋਇਆ ਰਹਿਤਨਾਮੇ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜਾ ਇਹਨਾਂ ਅੱਖਰਾਂ ਨੂੰ ਲਿਖੇਗਾ, ਪੜ੍ਹੇਗਾ, ਇਹਨਾਂ ਅੱਖਰਾਂ ਦਾ ਸਨਮਾਨ ਅਦਬ ਰੱਖੇਗਾ। ਹਾਂਜੀ, ਨਿਜ ਪਾਤਕ ਘਾਤਕ ਹਿਤ ਠਨ ਹੈ। ਉਹਦੇ ਪਾਪ ਘਟ ਸੜ ਜਾਣਗੇ, ਉਹਦੇ ਪਾਪ ਕੱਟੇ ਜਾਣਗੇ, ਉਹਦੇ ਪਾਪਾਂ ਦਾ ਨਾਸ ਹੋ ਜਾਏਗਾ। ਹਾਂਜੀ, ਚਤੁਰ ਗੁਰੂ ਕੇ ਸ਼ਬਦ ਮੁਕੰਦੇ। ਮਹਾਰਾਜ ਕਹਿੰਦੇ 4 ਪਾਤਸ਼ਾਹੀਆਂ ਦੀ ਬਾਣੀ, ਉਹਨਾਂ ਦੇ ਸ਼ਬਦ ਅਸੀਂ, ਇਹ ਸਾਡੇ ਕੋਲ ਮੌਜੂਦ ਨੇ। ਜਿਹੜੀ ਬਾਣੀ ਅਸੀਂ ਰਚੀ ਹੈ ਉਹ ਵੀ ਸਾਡੇ ਕੋਲ ਮੌਜੂਦ ਹੈ। ਸਾਰੀ ਬਾਣੀ ਨੂੰ ਭਾਈ ਗੁਰਦਾਸ ਜੀ ਨੇ ਅੱਖਰਾਂ 'ਚ ਲਿਖੀਏ। ਇੱਕ ਪੋਥੀ ਤੁਮ ਲਿਖੋ ਆਨੰਦੇ। ਤੁਸੀਂ ਵੀ ਪੋਥੀਆਂ ਦੇ ਦਰਸ਼ਨ ਕਰੋ ਤੇ ਸਾਡੇ ਕੋਲੋਂ ਵੀ ਪੁੱਛੋ। ਜੋ ਉਚਾਰਨ ਬਾਣੀ ਦਾ ਸ਼ੁੱਧ ਤੋਂ ਸ਼ੁੱਧ, ਸਾਫ਼ ਤੋਂ ਸਾਫ਼ ਕਰਕੇ ਲਿਖਣਾ ਹੈ। ਕੋਈ ਲਗ ਮਾਤਰ ਦੀ ਗਲਤੀ ਨਹੀਂ ਰਹਿਣ ਦੇ। ਇਹ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਨੂੰ ਹੁਕਮ ਦਿੱਤਾ। ਹੌਲੇ ਸਾਰਾ ਕੁਝ ਪੋਥੀਆਂ ਦੇ ਦਰਸ਼ਨ ਕਰਕੇ ਇੱਕ ਤਰਤੀਬ ਬਣਾਈ, ਇੱਕ ਸਿਸਟਮ ਬਣਾਇਆ। ਬਾਬਾ ਬੁੱਢਾ ਜੀ ਨੇ ਕਸ਼ਮੀਰੀ ਕਾਗਜ਼ ਵਧੀਆ ਮਹਿੰਗਾ, ਹੁਣ ਤੇ ਕਾਗਜ਼ ਸਸਤਾ ਮਿਲਦਾ, ਪਹਿਲਾਂ ਮਹਿੰਗਾ ਮਿਲਦਾ ਸੀ ਕਿਉਂਕਿ ਘੱਟ ਹੁੰਦਾ ਸੀ ਕਾਗਜ਼। ਹੱਥਾਂ ਵਾਲੀ ਮਸ਼ੀਨਾਂ ਨਾਲ ਬਣਦੇ ਸੀ ਪਹਿਲਾਂ ਕਾਗਜ਼। ਅੱਜ ਕੱਲ੍ਹ ਤਾਂ ਕਾਗਜ਼ ਮਸ਼ੀਨਾਂ 'ਚ ਇੰਨਾ ਜ਼ਿਆਦਾ ਦੂਰੋਂ ਮੰਗਾਉਣਾ ਪੈਂਦਾ। ਕਾਗਜ਼ ਮੰਗਾਇਆ ਮਹਿੰਗਾ। ਸਿਆਹੀ ਜਿਹੜੀ ਤਿਆਰ ਕੀਤੀ ਉਹ 'ਚ ਸੋਨਾ ਪਾਇਆ ਤਾਂ ਕਿ ਅੱਖਰ ਚਮਕਣ ਔਰ ਪੱਕੀ ਲਿਖਾਈ ਹੋਵੇ, ਔਰ ਪਾਣੀ ਵੀ ਪੈ ਜਾਏ ਤੇ ਉਹ ਸ਼ਾਹੀ ਜਿਹੜੀ ਫਟੇ ਨਾ। ਇਹ ਕੱਚੀ ਸ਼ਾਹੀ ਹੁੰਦੀ ਜਿਹੜੀ ਆਪਾਂ ਮਾੜੀ ਜਿਹੀ ਪਾਣੀ ਪੈ ਜਾਏ ਤੇ ਫੈਲ ਜਾਂਦੀ ਹੈ। ਜਿਹੜੀ ਸ਼ਾਹੀ ਨਾਲ ਗੁਰੂ ਗ੍ਰੰਥ ਸਾਹਿਬ ਲਿਖਿਆ ਉਹ ਸ਼ਾਹੀ ਦਾ ਜਿੰਨਾ ਮਰਜ਼ੀ ਪਾਣੀ ਪੈ ਜਾਏ ਉਹ ਫਟਦੀ ਨਹੀਂ, ਫੈਲਦੀ ਨਹੀਂ, ਉੱਦਾਂ ਹੀ ਰਹਿੰਦੀ। ਸੋ ਗੁਰੂ ਸਾਹਿਬ ਜੀ ਨੇ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਤਿਆਰ ਕਰ ਲਈਆਂ ਸਨ। ਹੁਣ ਬਾਬਾ ਬੁੱਢਾ ਜੀ ਤੋਂ ਇਹ ਸਾਰਾ ਕੁਝ ਲੈ ਕੇ ਭਾਈ ਗੁਰਦਾਸ ਜੀ ਕੋਲੋਂ ਗੁਰੂ ਗ੍ਰੰਥ ਸਾਹਿਬ ਲਿਖਵਾਉਣਗੇ। ਉਹ ਕਥਾ ਆਪਾਂ ਸਰਵਣ ਕਰਾਂਗੇ। ਅਗਲੇ ਪ੍ਰਕਰਣਾਂ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।